ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਵਾਹਿਗੁਰੂ ਐਸਾ ਮੈਂ ਸਜਾਉਣਾ ਖਾਲਸਾ। ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਐਸਾ ਮੈਂ ਸਜਾਉਣਾ ਖਾਲਸਾ। ਜਿਹੜਾ ਲੱਖਾਂ ਵਿੱਚੋਂ ਦਿਸੇ ਨਿਆਰਾ, ਐਸਾ ਮੈਂ ਸਜਾਉਂ ਖਾਲਸਾ। ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਐਸਾ ਮੈਂ ਸਜਾਉਂ ਖਾਲਸਾ। ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਐਸਾ ਮੈਂ ਸਜਾਉਂ ਖਾਲਸਾ। ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਐਸਾ ਮੈਂ ਸਜਾਉਣਾ ਖਾਲਸਾ। ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਦਿਸੇਗਾ ਨਿਆਰਾ, ਐਸਾ ਮੈਂ ਸਜਾਉਣਾ ਖਾਲਸਾ। ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਐਸਾ ਮੈਂ ਸਜਾਉਣਾ ਖਾਲਸਾ। ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਐਸਾ ਮੈਂ ਸਜਾਉਣਾ ਖਾਲਸਾ। ਜਿਹੜਾ ਲੱਖਾਂ ਵਿੱਚੋਂ ਦਿਸੂਗਾ ਨਿਆਰਾ, ਐਸਾ ਮੈਂ ਸਜਾਉਣਾ ਖਾਲਸਾ। ਲੱਖਾਂ ਵਿੱਚੋਂ ਦਿਸੂਗਾ ਨਿਆਰਾ, ਐਸਾ ਮੈਂ ਸਜਾਉਂ ਖਾਲਸਾ। ਸਜਾਉਣਾ ਖਾਲਸਾ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀ ਜੈ ਸਿਰ ਦੀਜੈ ਕਾਣ ਨਾ ਤੀਜੈ। ਪਹਿਲਾ ਮਰਨ ਕਬੂਲ ਲੈ, ਜੀਵਨ ਕੀ ਛੱਡ ਆਸ। ਉਹ ਸਭਨਾ ਕੀ ਰੇਣੁਕਾ, तो आओ हमारे पास। तर के तली ते आजा, सिर तर के तली ते आजा। लंघना जे प्रेम दी गली प्यारिया, प्यारिया लंघना जे प्रेम दी गली। सिर तर के गली ते आजा, सिर तर के जपो। तार के कली के आजा, नगना जय प्रेम की गली। प्यारियो प्यारियो नंगना जय प्रेम की गली। सिर तार के कली के आजा, सिर तार के गली में आजा। नंगना प्यारियो नंगना जय प्रेम की गली। सिर तार के तली ते आजा, 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 तार के तली ते आजा,
ਕੇ ਤਲੀ ਤੇ ਆ ਜਾ, ਸਿਰ ਧਰ ਕੇ ਤਲੀ ਤੇ ਆ ਜਾ, ਲੰਘਣਾ ਜੇ ਪ੍ਰੇਮ ਦੀ ਗਲੀ, ਸੰਗ ਤੇ ਲੰਘਣਾ ਜੇ ਪ੍ਰੇਮ ਦੀ ਗਲੀ, ਸਿਰ ਧਰ ਕੇ ਤਲੀ ਤੇ ਆ ਜਾ, ਸਿਰ ਧਰ ਕੇ ਕਲੀ ਕੇ ਆ ਜਾ, ਲੰਘਣਾ ਜੇ ਪ੍ਰੇਮ ਗਲੀ, ਪਿਆਰਿਓ ਲੰਘਣਾ ਜੇ ਪ੍ਰੇਮ ਦੀ ਗਲੀ, ਸਿਰ ਧਰ ਕੇ ਜੋ ਤੋ ਪ੍ਰੇਮ ਖਿਲਣ ਕਾ ਚਾਓ, ਉਹ ਸਿਰ ਧਰ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ, ਫਿਰ ਦੀਜੈ ਕੌਣ ਨ ਕੀਜੈ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ, ਆਪਣੇ ਸਾਰਿਆਂ ਦੇ ਬਹੁਤ ਵੱਡੇ ਭਾਗ ਨੇ ਜੋ ਕਿ ਆਪਾਂ ਨੂੰ ਪਰਿਪੂਰਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਹਾਜ਼ਰ ਹਜ਼ੂਰੀ ਦੇ ਵਿੱਚ ਮਨ ਚਿੱਤ ਬੁੱਧ ਦੀ ਇਕਾਗਰਤਾ ਦੁਆਰਾ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਅਸੀਂ ਤੁਸੀਂ ਸਭ ਜਾਣਦੇ ਹਾਂ ਤੇ ਬੜੀ ਭਾਰੀ ਮਹਾਮਾਰੀ ਫੈਲੀ ਹੋਈ ਹੈ, ਜਿਸ ਨੂੰ ਸ਼ਾਂਤ ਕਰਨ ਵਾਸਤੇ ਸਭ ਸੰਪਰਦਾਵਾਂ ਦੇ ਸਾਧੂ ਜਨ ਮਹਾਪੁਰਸ਼ ਬੰਦਗੀ ਵਾਲੀਆਂ ਰੂਹਾਂ ਆਪੋ ਆਪਣੇ ਅਸਥਾਨਾਂ ਤੇ ਗੁਪਤ ਰੂਪ ਜਾਂ ਪ੍ਰਗਟ ਰੂਪ ਦੇ ਵਿੱਚ ਭਜਨ ਪਾਠ ਕਰ ਰਹੇ ਹਨ, ਨਾਮ ਜਪ ਰਹੇ ਹਨ, ਬੰਦਗੀ ਕਰ ਰਹੇ ਹਨ। ਬੰਦਗੀ ਦੇ ਨਾਲ ਨਾਲ ਉਹ ਕਸ਼ਟਾਂ ਨੂੰ ਕੱਟਣ ਦਾ ਪ੍ਰਯਤਨ ਕਰ ਰਹੇ ਹਨ, ਕਿਉਂਕਿ ਵੱਡੀਆਂ ਵੱਡੀਆਂ ਕੰਟਰੀਆਂ ਵਾਲਿਆਂ ਦੇ ਹੱਥ ਖੜੇ ਹੋ ਗਏ, ਡਾਕਟਰਸ ਦੇ ਹੱਥ ਖੜੇ ਹੋ ਗਏ, ਸਾਇੰਟਿਸਟ ਇਸ ਗੱਲ ਤੇ ਜਵਾਬ ਦੇ ਗਏ ਕਿ ਸਾਇੰਸ ਇਸ ਬਿਮਾਰੀ ਨੂੰ ਰੋਕ ਸਕਦੀ ਹੈ ਕਿ ਨਾ। ਪਹਿਲਾਂ ਤਾਂ ਉਹ ਕੱਲੇ ਪੇਸ਼ੈਂਟ ਨੂੰ ਕਿਹਾ ਕਰਦੇ ਸਨ, ਅਬ ਦਵਾਈ ਨਹੀਂ ਦੁਆ ਕੰਮ ਕਰੇਗੀ। ਹੁਣ ਤਾਂ ਵੱਡੀਆਂ ਵੱਡੀਆਂ ਕੰਟਰੀਆਂ ਵਾਲੇ ਵੀ ਇਹ ਗੱਲ ਕਹਿ ਰਹੇ ਨੇ ਕਿ ਹੁਣ ਦਵਾਈ ਨਹੀਂ ਦੁਆ ਕੰਮ ਕਰੇਗੀ। ਦੁਆ ਮੈਨੇ ਭਜਨ ਪਾਠ ਬੰਦਗੀ ਸਿਮਰਨ, ਜੋ ਸੰਗਤਾਂ ਮਨ ਚਿੱਤ ਬੁੱਧ ਦੀ ਇਕਾਗਰਤਾ ਦੁਆਰਾ ਬਿਨਾਂ ਕੁਛ ਮੰਗਿਆਂ ਤੋਂ, ਬਿਨਾਂ ਕਿਸੇ ਵਸਤੂ ਦੀ ਮੰਗ ਕੀਤੇ ਤੋਂ ਨਾਮ ਜਪਦੇ ਐ, ਭਜਨ ਕਰਦੇ ਐ। ਇਹ ਚੀਜ਼ ਤਾਂ ਸਾਨੂੰ ਸਤਿਗੁਰਾਂ ਨੇ ਪਹਿਲੇ ਦਿਨ ਤੋਂ ਹੀ ਸਿਖਾ ਦਿੱਤੀ ਹੈ ਨਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸੋ ਸਾਧ ਸੰਗਤ ਜੀ ਦੁਨੀਆ ਵਾਲੇ ਅੱਜ ਕਹਿ ਰਹੇ ਨੇ ਕਿ ਆਪੋ ਆਪਣੇ ਧਰਮ ਦੇ ਵਿੱਚ ਭਾਈ ਪਰਪੱਕਤਾ ਹਾਸਲ ਕਰੋ, ਮਿਹਨਤ ਕਰੋ, ਬੰਦਗੀ ਕਰੋ, ਨਾਮ ਜਪੋ ਔਰ ਸਾਰੇ ਸੰਸਾਰ ਦਾ ਭਲਾ ਮੰਗੋ। ਤੇ ਗੁਰਸਿੱਖ ਤਾਂ ਤੁਸੀਂ ਜਿੱਥੇ ਤੱਕ ਮਰਜ਼ੀ ਦ੍ਰਿਸ਼ਟੀ ਮਾਰ ਕੇ ਦੇਖ ਲਓ, ਜਿੱਥੇ ਵੀ ਨਾਨਕ ਨਾਮ ਲੇਵਾ ਗੁਰੂ ਦੇ ਸਿੱਖ ਗੁਰੂ ਦੀਆਂ ਸੰਗਤਾਂ ਵਸਦੀਆਂ ਨੇ, ਉਹਨਾਂ ਨੇ ਤਾਂ ਕਦੇ ਵੀ ਇਹ ਕਿਹਾ ਹੀ ਨਹੀਂ ਕਿ ਕੇਵਲ ਮੇਰਾ ਹੀ ਭਲਾ ਹੋਏ। ਉਹ ਤਾਂ ਸਦੀਵ ਕਾਲ ਇਹ ਕਹਿੰਦੇ ਨੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਸਭਨਾਂ ਦਾ ਹੀ ਭਲਾ ਮੰਗਦੇ ਹਨ। ਸੋ ਇਸ ਕਰਕੇ ਇਹ ਜੋ ਮਹਾਮਾਰੀ ਹੈ, ਅਸੀਂ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਨਾਮ ਜਪਦੇ ਹਾਂ, ਭਜਨ ਕਰਦੇ ਹਾਂ, ਨਿਤਨੇਮ ਕਰਦੇ ਹਾਂ,
ਕਿਸੇ ਨੂੰ ਟਾਈਮ ਮਿਲ ਗਿਆ, ਕੰਮਾਂ ਤੇ ਜਾਂਦੇ ਹੁੰਦੇ ਸੀ, ਉਦੋਂ ਟਾਈਮ ਨਹੀਂ ਸੀ ਮਿਲਦਾ। ਸਹਿਜ ਪਾਠ ਪ੍ਰਕਾਸ਼ ਕਰ ਲੈ ਪ੍ਰਾਰੰਭ ਹੋ ਗਏ। ਕਈਆਂ ਨੂੰ ਜ਼ੋਰ ਲਾ ਲਾ ਕੇ ਥੱਕ ਗਏ, ਜਪਜੀ ਹੋਈ ਪੜ੍ਹ ਲਿਆ ਕਰ, ਉਦੋਂ ਨਹੀਂ ਸੀ ਪੜ੍ਹਦੇ। ਹੁਣ ਜਦੋਂ ਵਿਹਲੇ ਹੋ ਗਏ, 4-5 ਪਾਠ ਕਰ ਲੈਂਦੇ ਆ ਜਪਜੀ ਸਾਹਿਬ ਦੇ। ਕਈਆਂ ਨੇ ਸੁਖਮਨੀ ਸਾਹਿਬ, ਕਈ ਬੱਚਿਆਂ ਦੇ ਮਨ ਵਿੱਚ ਸ਼ੌਂਕ ਸੀ, ਪਰ ਸਕੂਲ 'ਚ ਜਾਣ ਕਰਕੇ ਉਹਨਾਂ ਕੋਲ ਟਾਈਮ ਨਹੀਂ ਸੀ ਨਿਕਲਦਾ। ਹੁਣ ਕਿਤਨੇ ਬੱਚੇ ਨੇ ਜਿਹੜੇ ਸੰਥਿਆ ਕਰਨ ਆਉਂਦੇ ਐ, ਕੀਰਤਨ ਸਿੱਖਣ ਵਾਸਤੇ ਆਪਣੇ ਉਸਤਾਦ ਕੋਲ ਆਉਂਦੇ ਐ, ਪਰਮੇਸ਼ਰ ਦੀ ਬੰਦਗੀ ਦੀ ਪ੍ਰਾਪਤੀ ਕਰਦੇ ਐ। ਜਿੱਥੇ ਸਾਰਿਆਂ ਦੇ ਹੱਥ ਖੜੇ ਹੋ ਜਾ, ਉੱਥੇ ਫਿਰ ਵਾਹਿਗੁਰੂ ਜੀ ਦੀ ਸ਼ਕਤੀ ਭਗਤੀ ਆਰੰਭ ਹੋ ਜਾਇਆ ਕਰਦੀ ਹੈ। ਕਿਉਂਕਿ ਆਪਾਂ ਤਾਂ ਸੁਣਦੇ ਰਹੇ ਹਾਂ ਮਹਾਂਪੁਰਸ਼ਾਂ ਤੋਂ, ਅੱਜ ਆਪਾਂ ਪੜ੍ਹ ਵੀ ਲਈਏ ਕਿ ਉੱਥੇ ਨਾਮ ਨੇ ਸਹਾਇਤਾ ਤੇਰੀ ਕਰਨੀ, ਜਿੱਥੇ ਨਾ ਕੋਈ ਮਾਤ ਪਿਤਾ। ਉੱਥੇ ਨਾਮ ਨੇ ਸਹਾਇਤਾ ਕਰਨੀ ਹੈ, ਜਿੱਥੇ ਨਾ ਕੋਈ, ਜਿੱਥੇ ਨਾ ਕੋਈ ਮਾਤ ਪਿਤਾ। ਉੱਥੇ ਨਾਮ ਨੇ ਸਹਾਇਤਾ ਤੇਰੀ ਕਰਨੀ ਹੈ, ਜਿੱਥੇ ਨਾ ਕੋਈ ਮਾਤ ਪਿਤਾ। ਉੱਥੇ ਨਾਮ ਨੇ ਸਹਾਇਤਾ ਤੇਰੀ ਕਰਨੀ ਹੈ, ਉਹ ਜਿੱਥੇ ਨਾ ਕੋਈ ਮਾਤ ਪਿਤਾ। ਸਹਾਇਤਾ ਤੇਰੀ ਕਰਨੀ ਹੈ, ਬੋਲਿਆ ਕਰੋ, ਜਿੱਥੇ ਨਾ ਕੋਈ ਮਾਤ ਪਿਤਾ। ਔਖੇ ਨਾਮ ਨੇ ਸਹਾਇਤਾ ਤੇਰੀ ਕਰਨੀ, ਮੇਰਾ ਕੋਈ ਮਾਤ ਪਿਤਾ। ਨਾਮ ਨੇ ਸਹਾਇਤਾ ਕਰਨੀ ਹੈ, ਸਹਾਇਤਾ ਤੇਰੀ ਕਰਨੀ, ਜਿੱਥੇ ਨਾ ਕੋਈ, ਜਿੱਥੇ ਨਾ ਕੋਈ ਮਾਤ ਪਿਤਾ। ਉੱਥੇ ਨਾਮ ਨੇ ਸਹਾਇਤਾ ਤੇਰੀ ਕਰਨੀ ਹੈ, ਜਿੱਥੇ ਨਾ ਕੋਈ ਮਾਤ ਪਿਤਾ। ਨਾਮ ਨੇ ਸਹਾਇਤਾ ਤੇਰੀ, ਜਿੱਥੇ ਨਾ ਕੋਈ ਮਾਤ ਪਿਤਾ। ਸਹਾਇਤਾ ਤੇਰੀ ਕਰਨੀ ਹੈ, ਜਿੱਥੇ ਨਾ ਕੋਈ ਮਾਤ। ਸਹਾਇਤਾ ਤੇਰੀ ਕਰਨੀ, ਉਹ ਜਿੱਥੇ ਨਾ ਕੋਈ ਮਾਤ ਪਿਤਾ। ਜਿੱਥੇ ਨਾ ਕੋਈ ਜੀ ਮਾਤ ਪਿਤਾ, ਜਿੱਥੇ ਨਾ ਕੋਈ ਜੀ ਬੰਦਿਆ ਮਾਤ ਪਿਤਾ ਤੇਰਾ। ਮਾਤ ਪਿਤਾ, ਜਿੱਥੇ ਨਾ ਕੋਈ ਜੀ, ਹਾਂ ਉਹ ਜਿੱਥੇ ਨਾ ਕੋਈ ਜੀ ਮਾਤ ਪਿਤਾ। ਮਾਤ ਪਿਤਾ, ਉੱਤੇ ਨਾਮ ਨੇ ਸਹਾਇਤਾ ਕਰਨੀ ਹੈ, ਸਹਾਇਤਾ ਤੇਰੀ ਕਰਨੀ, ਸਹਾਇਤਾ ਤੇਰੀ, ਜਿੱਥੇ ਨਾ ਕੋਈ ਮਾਤ ਪਿਤਾ। ਨਾਮ ਨੇ ਸਹਾਇਤਾ ਤੇਰੀ ਕਰਨੀ, ਸਹਾਇਤਾ ਤੇਰੀ ਕਰਨੀ, ਜਿੱਥੇ ਨਾ ਕੋਈ ਮਾਤ ਪਿਤਾ। ਉੱਥੇ ਨਾਮ ਨੇ ਸਹਾਇਤਾ ਮੇਰੀ ਕਰ, ਸਾਰੇ ਨਹੀਂ ਬੋਲਦੇ। ਜਿੱਥੇ ਨਾ ਕੋਈ ਮਾਤ ਪਿਤਾ। ਉੱਥੇ ਨਾਮ ਨੇ ਸਹਾਇਤਾ ਮੇਰੀ, ਉਹ ਜਿੱਥੇ ਨਾ ਕੋਈ ਮਾਤ। ਸਹਾਇਤਾ ਤੇਰੀ ਕਰਨੀ ਹੈ, ਜਿੱਥੇ ਨਾ ਕੋਈ ਮਾਂਗ। ਨਾਮ ਨੇ ਸਹਾਇਤਾ ਤੇਰੀ ਕਰ, ਹੋ ਜਿੱਥੇ ਨਾ ਕੋਈ ਮਾਂਗ ਪਿਤਾ।
ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਖਾਈ। ਸੋ ਇਸ ਕਰਕੇ ਭਾਈ ਆਪਾਂ ਨਾਮ ਜਪਣਾ ਹੈ, ਭਜਨ ਕਰਨਾ ਹੈ, ਬੰਦਗੀ ਕਰਨੀ ਹੈ, ਤਾਂ ਕਿ ਸਾਡਾ ਆਇਆ ਸਫਲਾ ਹੋ ਸਕੇ। ਸੋ ਜੋ ਕਿ ਅੱਜ ਆਪਾਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਕਰ ਰਹੇ ਹਾਂ। ਜਿਤਨਾ ਕੁ ਸਮਾਂ, ਜਿਤਨੀਆਂ ਕੁ ਘੜੀਆਂ, ਜਿਤਨੇ ਕੁ ਪਲ ਆਪਣੇ ਪਾਸ ਬਚੇ ਹੈ, ਆਪਾਂ ਇਹਨਾਂ ਨੂੰ ਵੀ ਸਫਲ। ਸਾਧ ਸੰਗਤ ਅਸਲੀ ਵਿਦਵਾਨ ਸੱਜਣ ਉਸ ਨੂੰ ਮੰਨਦੇ ਹੈ ਜਿਹੜਾ ਵਿਦਵਾਨ ਸੱਜਣ ਜਿਸ ਸਮਾਗਮ ਤੇ ਗਿਆ ਹੋਵੇ, ਉਸ ਸਮਾਗਮ ਦੇ ਪਰਥਾਏ ਪ੍ਰਵਚਨ ਕਰੇ। ਉਸ ਨੂੰ ਵਿਦਵਾਨ ਸੱਜਣਾਂ ਦੀ ਸਭਾ ਦੇ ਵਿੱਚ ਵਿਦਵਾਨ ਮੰਨਿਆ ਜਾਂਦਾ ਹੈ, ਸ਼੍ਰੋਮਣੀ ਵਿਦਵਾਨ ਮੰਨਿਆ ਜਾਂਦਾ ਹੈ। ਸੋ ਜੋ ਕਿ ਅੱਜ ਆਪਾਂ ਸੱਚੇ ਪਾਤਸ਼ਾਹ ਜੀ ਦੇ ਪਰਉਪਕਾਰਾਂ ਕਰਨਾ ਹੈ, ਆਪਣਾ ਵੀ ਫਰਜ਼ ਬਣਦਾ ਹੈ। ਚਾਹੇ ਆਪਾਂ ਵਿਦਵਾਨ ਨਹੀਂ, ਪਰ ਆਪਾਂ ਆਪਣੇ ਗੁਰੂ ਸਾਹਿਬ ਜੀ ਦੀ ਮਹਿਮਾ, ਉਹਨਾਂ ਦਾ ਜਸ, ਉਹਨਾਂ ਦੀ ਵਡਿਆਈ ਕਰੀਏ। ਜੋ ਆਪਣੇ ਵੱਡਿਆਂ ਮਹਾਂਪੁਰਸ਼ਾਂ ਤੋਂ ਪ੍ਰਾਪਤੀ ਕੀਤੀ ਹੈ, ਉਹ ਸੰਗਤਾਂ ਦੇ ਨਾਲ ਸਾਂਝਾ ਕਰੀਏ। ਜਦੋਂ ਕੋਈ ਵਿਦਿਆਰਥੀ, ਕੋਈ ਸਟੂਡੈਂਟ ਪੜ੍ਹਾਈ ਕਰ ਲੈਂਦਾ ਹੈ, ਫਿਰ ਜਦੋਂ ਅੱਗੇ ਪੜ੍ਹਾਉਂਦਾ ਹੈ, ਫਿਰ ਉੱਥੇ ਤੋਂ ਹੀ ਊੜਾ ਐੜਾ ਸ਼ੁਰੂ ਕਰਦਾ ਹੈ, ਜਦ ਕਿ ਉਸ ਨੂੰ ਉਸ ਦੀ ਜ਼ਰੂਰਤ ਨਹੀਂ ਹੁੰਦੀ। ਫਿਰ ਉਹ ਬੱਚੇ ਜਿਹੜੇ ਪੜ੍ਹਦੇ ਹਨ, ਫਿਰ ਉਹ ਲੈਸਨ ਆਪਣੇ ਅਧਿਆਪਕ ਨੂੰ ਸੁਣਾਉਂਦੇ ਹਨ। ਇਵੇਂ ਕਿਵੇਂ ਆਪਾਂ ਨੇ ਜਿਹੜੀ ਵਿੱਦਿਆ ਪ੍ਰਾਪਤ ਕੀਤੀ ਹੈ, ਆਪਾਂ ਹਾਂ ਸਟੂਡੈਂਟ, ਵਿਦਿਆਰਥੀ, ਤੇ ਸੰਗਤ ਹੈ ਗੁਰੂ ਦਾ ਰੂਪ। ਆਪਾਂ ਜੋ ਵਿਦਵਤਾ ਕਹਿ ਲਓ, ਲੈਸਨ ਕਹਿ ਲਓ, ਪੜ੍ਹਾਈ ਕਹਿ ਲਓ, ਜਿਹੜੀ ਉਸਤਾਦਾਂ ਤੋਂ ਕੀਤੀ ਹੈ, ਅੱਜ ਸਾਧ ਸੰਗਤ ਰੂਪ ਉਸਤਾਦ ਨੂੰ ਸੁਣਾਉਣੀ ਚਾਹੀਦੀ ਹੈ। ਅੱਜ ਹਿੰਦੂਇਜ਼ਮ ਨੂੰ ਬਚਾਉਣ ਦੇ ਵਾਸਤੇ ਕਸ਼ਮੀਰੀ ਪੰਡਤਾਂ ਨੇ ਮੰਦਿਰ ਵਿੱਚ ਜਾ ਕੇ ਪੁਕਾਰਾਂ ਕੀਤੀਆਂ, ਐ ਭੋਲੇਨਾਥ ਭੰਡਾਰੀ ਸ਼ਿਵਜੀ ਮਹਾਰਾਜ, ਕਿਰਪਾ ਕਰਕੇ ਹਿੰਦੂ ਧਰਮ ਦੀ ਰੱਖਿਆ ਕਰੋ, ਹਿੰਦੂਇਜ਼ਮ ਖਤਮ ਹੋ ਜਾਵੇਗਾ। ਵਿਦਵਾਨ ਸੱਜਣ ਦੱਸਦੇ ਆ ਕਿ ਉਹ ਤੋਂ ਆਵਾਜ਼ ਆਈ ਕਿ ਮੇਰਾ ਸਮਾਂ ਤਾਂ ਇੱਥੋਂ ਚਲਿਆ ਗਿਆ ਹੈ, ਮੇਰੇ ਵੱਸ ਵਿੱਚ ਨਹੀਂ ਹੈ ਕੁਝ ਕਿ ਮੈਂ ਤੁਹਾਡੀ ਹੈਲਪ ਕਰਾਂ, ਮਦਦ ਕਰਾਂ। ਤੁਸੀਂ ਇਸ ਟਾਈਮ ਅਨੰਦਪੁਰ ਸਾਹਿਬ ਚਲੇ ਜਾਓ। ਅਨੰਦਪੁਰੀ ਵਾਲੇ ਗੁਰੂਦੇਵ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਿੰਦ ਦੀ ਚਾਦਰ ਬਣਨਗੇ, ਉਹ ਤੁਹਾਡੀ ਰੱਖਿਆ, ਤੁਹਾਡੀ ਮਦਦ ਕਰਨਗੇ। ਇਹ ਤੋਂ ਕਿਰਪਾ ਰਾਮ ਪੰਡਤ ਹੋਰ ਵਿਦਵਾਨ ਪੰਡਤਾਂ ਨੂੰ ਨਾਲ ਲੈ ਕਰਕੇ ਅਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾ ਦਿੰਦਾ ਹੈ। ਜਦੋਂ ਉੱਥੇ ਪਹੁੰਚਦਾ, ਸੱਚੇ ਪਾਤਸ਼ਾਹ ਜੀ ਆਪਣੇ ਸਾਥੀ ਬੱਚਿਆਂ ਦੇ ਨਾਲ ਖੇਡਾਂ ਖੇਡ ਕੇ ਅਜੀਬੋ ਗਰੀਬ ਕੌਤਕ ਕਰਕੇ ਆ ਰਹੇ ਸਨ। ਕਿਉਂਕਿ ਸੱਚੇ ਪਾਤਸ਼ਾਹ ਜੀ ਸਾਡੇ ਜਵਾਕਾਂ ਵਾਂਗੂ ਪਤੰਗ ਨਹੀਂ ਸੀ ਚੜਾਉਂਦੇ ਹੁੰਦੇ, ਸਾਡੇ ਜਵਾਕਾਂ ਵਾਂਗੂ ਬੰਟੇ ਨਹੀਂ ਸੀ ਖੇਡਦੇ ਹੁੰਦੇ, ਗੁੱਲੀ ਡੰਡਾ ਨਹੀਂ ਸੀ ਖੇਡਦੇ ਹੁੰਦੇ। ਸੱਚੇ ਪਾਤਸ਼ਾਹ ਜੀ ਦੋ ਫੌਜਾਂ, ਦੋ ਟੋਲੀਆਂ ਫੌਜ ਦੀਆਂ ਬਣਾਉਂਦੇ, ਦੋ ਟੀਮਾਂ। ਉਹਦੇ ਵਿੱਚ ਸਾਧ ਸੰਗਤ ਜੀ ਇੱਕ ਪਾਸੇ ਦੁਸ਼ਮਣ ਦੀ ਟੋਲੀ, ਇੱਕ ਫਿਰ ਉਹਨਾਂ ਨੂੰ ਆਪਸ ਦੇ ਵਿੱਚ ਜੰਗ ਕਰਨ ਵਾਸਤੇ ਪ੍ਰੇਰਣਾ ਦੇਣੀ, ਸਿੱਖਿਆ ਦੇਣੀ, ਖਿਡਾਉਣਾ ਉਹਨਾਂ ਨੂੰ। ਜੰਗ ਦੇ ਮੈਦਾਨ ਦਾ ਨਜ਼ਾਰਾ ਉੱਤੇ ਛੋਟੇ ਛੋਟੇ ਬੱਚਿਆਂ ਨੂੰ ਹੀ। ਸਤਿਗੁਰੂ ਇਹ ਇਸ ਤਰ੍ਹਾਂ ਦੇ ਕੌਤਕ ਕਰਕੇ ਆ ਰਹੇ ਸਨ। ਹੁਣ ਜਦੋਂ ਸਤਿਗੁਰੂ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਬੁੱਕਲ ਵਿੱਚ ਬੈਠੇ ਐ, ਸਤਿਗੁਰਾਂ ਦੇ ਸਾਹਮਣੇ ਕਸ਼ਮੀਰੀ ਪੰਡਤ ਬੈਠੇ ਨੇ, ਜਿਨ੍ਹਾਂ ਦੇ ਧੋਤੀਆਂ ਪਾਈਆਂ ਨੇ,
ਜਨੇਊ ਧਾਰਨ ਕੀਤੇ ਹੋਏ ਨੇ, ਸਿਰਾਂ ਤੇ ਬੋਦੀਆਂ, ਮੂੰਹ ਵਿੱਚ ਘਾਹ ਪਕੜਿਆ ਹੋਇਆ ਹੈ। ਮੁਖ ਵਿੱਚੋਂ ਕਹਿੰਦੇ ਨੇ ਸੱਚੇ ਪਾਤਸ਼ਾਹ ਅਸੀਂ ਤੁਹਾਡੀਆਂ ਗਾਵਾਂ ਹਾਂ, ਤੁਸੀਂ ਗਊ ਗਰੀਬ ਦੀ ਰੱਖਿਆ ਕਰਦੇ ਹੋ, ਕਿਰਪਾ ਕਰਕੇ ਸਾਡੀ ਮਦਦ ਕਰੋ। ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀਆਂ ਕਰਦੇ ਹਨ, ਹੇ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਇਹ ਸੁਣ ਕੇ ਆਏਗਾ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਅਗਰ ਸੋਭਾ ਚਿੰਤਾ ਲਾਗੇ ਹਮਾਰੀ। ਹੇ ਮਹਾਰਾਜ ਅਸੀਂ ਇਹ ਸੁਣ ਕੇ ਆਇਆ ਕਿ ਜਿਹੜਾ ਤੇਰੀ ਸ਼ਰਨ ਵਿੱਚ ਆਉਂਦਾ ਹੈ ਉਹਨੂੰ ਸੁੱਖ ਦੀ ਵੀ ਪ੍ਰਾਪਤੀ ਹੁੰਦੀ ਹੈ, ਚੜ੍ਹਦੀ ਕਲਾ ਦੀ ਪ੍ਰਾਪਤੀ ਹੁੰਦੀ ਹੈ, ਚਿੰਤਾਵਾਂ ਮਿਟ ਜਾਂਦੀਆਂ ਨੇ। ਸਤਿਗੁਰੂ ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ, ਕਿਰਪਾ ਕਰਕੇ ਸਾਡੀ ਬੇਨਤੀ ਸੁਣੋ। ਨਾਲੇ ਸੁਖ ਮਿਲਦਾ ਨਾਲੇ ਸੋਭਾ ਵੇ, ਸ਼ਰਨ ਤੇਰੀ ਆ ਗਏ ਚੱਲ ਕੇ, ਨਾਲੇ ਸੁਖ ਮਿਲਦਾ ਨਾਲੇ ਸੋਭਾ, ਸ਼ਰਨ ਤੇਰੀ ਆਈਏ ਚੱਲ ਕੇ। ਨਾਲੇ ਸੁਖ ਮਿਲਦਾ ਨਾਲੇ ਸੋਭਾ, ਸ਼ਰਨ ਤੇਰੀ ਆਈਏ ਚੱਲ ਕੇ, ਨਾਲੇ ਸੁਖ ਮਿਲਦਾ ਨਾਲੇ ਸੋਭਾ, ਸ਼ਰਨ ਤੇਰੀ ਆਈਏ ਚੱਲ ਕੇ। ਸੁਖ ਮਿਲਦਾ ਨਾਲ ਸੋ ਉਹ ਸ਼ਰਨ ਤੇਰੀ ਆਈਏ ਚੱਲ ਕੇ। ਮੇਰੇ ਸ਼ਹਿਨਸ਼ਾਹ ਸ਼ਰਨ ਤੇਰੀ ਆਈਏ, ਸ਼ਹਿਨਸ਼ਾਹ ਸ਼ਰਨ ਤੇਰੀ ਆਈਏ ਚੱਲ ਕੇ। ਮੇਰੇ ਸ਼ਹਿਨਸ਼ਾਹ ਸ਼ਰਨ ਤੇਰੀ ਆਈਏ ਚੱਲ, ਉਹ ਮੇਰੇ ਸਾਰੇ ਸ਼ਰਨ ਤੇਰੀ ਆਈਏ ਚੱਲ ਕੇ। ਸ਼ਰਨ ਤੇਰੀ ਆਈਏ ਚੱਲ ਕੇ, ਮੇਰੇ ਪਿਆਰੇ ਸ਼ਰਨ ਮੇਰੀ ਆਈਏ ਚੱਲ ਕੇ। ਨਾਲੇ ਸੁੱਖ ਮਿਲਦਾ ਨਾਲੇ ਸ਼ਰਨ ਤੇਰੀ ਆਈਏ ਮਾਲਕਾ, ਨਾਲੇ ਸੁੱਖ ਮਿਲਦਾ ਨਾਲੇ ਸੋਭਾ ਵਈ, ਸ਼ਰਨ ਤੇਰੀ ਆਈਏ ਮਾਲਕਾ। ਨਾਲੇ ਸੋਭਾ ਸ਼ਰਨ ਤੇਰੀ ਆਈਏ ਚੱਲ, ਉਹ ਨਾਲੇ ਸੁੱਖ ਮਿਲਦਾ ਸ਼ਰਨ ਤੇਰੀ ਆਈਏ। ਮਿਲਦਾ ਨਾਲ ਸੋਭਾ ਉਹ ਸ਼ਰਨ ਨੇਰੀ ਆਈਏ ਚੱਲ ਗਏ। ਇਸ ਤਰ੍ਹਾਂ ਦੇ ਨਾਲ ਬੇਨਤੀ ਕੀਤੀ, ਮਹਾਰਾਜ ਅਸੀਂ ਬੜੀ ਵੱਡੀ ਪ੍ਰੋਬਲਮ ਦੇ ਵਿੱਚ ਫਸੇ ਹੋਏ ਹਾਂ, ਦਇਆ ਕਰੋ ਜੀ, ਕਿਰਪਾ ਕਰੋ, ਰਹਿਮਤ ਕਰੋ, ਸਾਡੀ ਇਹ ਪ੍ਰੋਬਲਮ ਤੁਸੀਂ ਸੋਲਵ ਕਰੋ। ਸੱਚੇ ਪਾਤਸ਼ਾਹ ਕਹਿੰਦੇ ਕੀ ਹੋਇਆ? ਕਹਿੰਦੇ ਮਹਾਰਾਜ ਦਿੱਲੀ ਦੇ ਤਖਤ ਦੇ ਉੱਤੇ ਬੈਠਾ ਔਰੰਗਜ਼ੇਬ ਬਾਦਸ਼ਾਹ, ਹਿੰਦੂਇਜ਼ਮ ਨੂੰ ਖਤਮ ਕਰ ਰਿਹਾ ਹੈ। ਇੱਕ ਇੱਕ ਦਿਨ ਦੇ ਵਿੱਚ ਸਵਾ ਮਣ ਜੰਝੂ ਉਤਾਰਦਾ ਹੈ, ਲਾਉਂਦਾ ਹੈ। ਜਾਂ ਤਾਂ ਹਿੰਦੂਆਂ ਨੂੰ ਮੁਸਲਮਾਨ ਬਣਾ ਲੈਂਦੇ, ਇਸਲਾਮ ਕਬੂਲ ਕਰਾਉਂਦਾ ਹੈ, ਜਾਂ ਮਹਾਰਾਜ ਜੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ। ਤੁਸੀਂ ਦਇਆ ਕਰੋ, ਰਹਿਮਤ ਕਰੋ ਮਹਾਰਾਜ, ਸਾਡਾ ਕਸ਼ਟ ਕੱਟੋ। ਅਸੀਂ ਤੁਹਾਡੇ ਚਰਨਾਂ ਵਿੱਚ ਆ ਗਏ ਹਾਂ। ਸਤਿਗੁਰਾਂ ਨੇ ਕਹਿ ਦਿੱਤਾ, ਕਹਿ ਦਿਓ ਉਹਨਾਂ ਨੂੰ ਭਾਈ ਕਿ ਆਨੰਦਪੁਰੀ ਵਾਲੇ ਗੁਰੂ ਨੂੰ ਇਸਲਾਮ ਕਬੂਲ ਕਰਵਾਓ। ਇੰਨੀ ਵੱਢ ਟੁੱਕ ਕਰਨ ਦੀ ਜ਼ਰੂਰਤ ਨਹੀਂ, ਅਸੀਂ ਆਪਣੇ ਆਪ ਇਸਲਾਮ ਵਿੱਚ ਆ ਜਾਵਾਂਗੇ, ਅਸੀਂ ਉਹਦਾ ਧਰਮ ਕਬੂਲ ਨਹੀਂ ਕਰਾਂਗੇ, ਤੁਸੀਂ ਬੇਫਿਕਰ ਹੋ ਕੇ ਚਲੇ ਜਾਓ।
ਸਤਿਗੁਰਾਂ ਨੇ ਹਿੰਦੂ ਧਰਮ ਨੂੰ ਬਚਾਉਣ ਦੇ ਵਾਸਤੇ, ਜੋ ਕਿ ਪਿਛਲੇ ਦਿਨਾਂ ਦੇ ਵਿੱਚ ਇਸੇ ਸਥਾਨ ਤੇ ਸੰਤ ਆਸ਼ਰਮ ਸਾਹਿਬ ਵਿਖੇ ਦੀਵਾਨ ਸਜੇ, ਇਹ ਸਾਰੇ ਦਾ ਸਾਰਾ ਜੋ ਵਿਸਥਾਰ ਹੈ, ਬੜੇ ਵਿਸਥਾਰ ਸਹਿਤ ਇਤਿਹਾਸ ਸੁਣਾਇਆ ਗਿਆ, ਸੰਗਤਾਂ ਨੇ ਲਾਹਾ ਲਿਆ ਹੈ। ਸੋ ਸੱਚੇ ਪਾਤਸ਼ਾਹ ਨੇ ਦਿੱਲੀ ਚਾਂਦਨੀ ਚੌਂਕ ਵਿੱਚ ਜਾ ਕਰਕੇ ਸ਼ਹੀਦੀ ਜਾਮ ਪੀਤਾ। ਸਤਿਗੁਰਾਂ ਦੇ ਨਾਲ ਅਨੰਦਪੁਰ ਸਾਹਿਬ ਤੋਂ 5 ਸਿੰਘ ਗਏ ਸਨ। 2 ਸਿੰਘਾਂ ਨੂੰ ਸਤਿਗੁਰਾਂ ਨੇ ਭਾਈ ਗੁਰਦਿੱਤਾ ਤੇ ਭਾਈ ਉਦੈ ਨੂੰ ਵਾਪਸ ਮੋੜ ਦਿੱਤਾ ਸੀ। 3 ਸਿੱਖਾਂ ਨੂੰ ਨਾਲ ਲੈ ਕੇ ਗਏ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ। ਇਹਨਾਂ ਨੇ ਉੱਥੇ ਸਤਿਗੁਰਾਂ ਦੇ ਨਾਲ ਹੀ ਸ਼ਹੀਦੀ ਜਾਮ ਪੀਤਾ। ਹੁਣ ਜਦੋਂ ਸਤਿਗੁਰਾਂ ਦੇ ਸੀਸ ਦੇ ਉੱਤੇ ਤਲਵਾਰ ਦਾ ਵਾਰ ਹੋਇਆ, ਸਤਿਗੁਰਾਂ ਦਾ ਸਿਰ ਧੜ ਤੋਂ ਜੁਦਾ ਹੋਇਆ, ਉਹ ਸੀਸ ਨੂੰ ਲੈ ਕਰਕੇ ਭਾਈ ਜੈਤਾ, ਜੋ ਮਜ਼੍ਹਬੀ ਸਿੱਖ ਸੀ, ਚਾਹੇ ਸਿੱਖੀਜ਼ਮ ਜਾਤ ਪਾਤ ਨੂੰ ਨਹੀਂ ਮੰਨਦਾ, ਪਰ ਫਿਰ ਵੀ ਜਿਨ੍ਹਾਂ ਨੂੰ ਲਿਤਾੜਿਆ ਗਿਆ, ਨਿਮਾਣੇ ਕਿਹਾ ਗਿਆ, ਸ਼ੂਦਰ ਕਿਹਾ ਗਿਆ, ਉਹਨਾਂ ਨੂੰ ਮਾਣ ਦੇਣ ਵਾਸਤੇ ਅਸੀਂ ਜ਼ਿਕਰ ਕਰ ਰਹੇ ਹਾਂ। ਰੰਗਰੇਟਾ ਸਿੱਖ ਸਤਿਗੁਰਾਂ ਦਾ ਸੀਸ ਲੈ ਕਰਕੇ ਮੰਜ਼ਿਲੋਂ ਮੰਜ਼ਲੀ ਪੈਂਡਾ ਤੈਅ ਕਰਦਾ ਹੋਇਆ ਕੀਰਤਪੁਰ ਸਾਹਿਬ ਦੇ ਅਸਥਾਨ ਤੇ ਬਾਲ ਗੋਬਿੰਦ ਰਾਏ ਜੀ ਨੂੰ ਮਿਲਦਾ ਹੈ। ਇੱਥੋਂ ਤੋਂ ਪਾਲਕੀ ਦੇ ਵਿੱਚ ਸਤਿਗੁਰਾਂ ਦੇ ਸੀਸ ਨੂੰ ਸਜਾ ਕਰਕੇ ਆਨੰਦਪੁਰ ਸਾਹਿਬ, ਜੋ ਸੀਸਗੰਜ ਗੁਰਦੁਆਰਾ ਸਾਹਿਬ, ਉੱਥੇ ਲਿਜਾ ਕੇ ਸੰਸਕਾਰ ਕੀਤਾ ਜਾਂਦਾ ਹੈ। ਇਹ ਪਹਿਲੇ ਐਸੇ ਪਾਤਸ਼ਾਹ ਹਨ ਜਿਨ੍ਹਾਂ ਦਾ ਇਸ ਦਾ ਸੰਸਕਾਰ ਆਨੰਦਪੁਰ ਸਾਹਿਬ ਅਤੇ ਧੜ ਦਾ ਸੰਸਕਾਰ ਸਾਧ ਸੰਗਤ ਜੀ ਦਿੱਲੀ ਦੇ ਵਿੱਚ ਕੀਤਾ ਗਿਆ। ਸੋ ਜਦੋਂ ਸੰਸਕਾਰ ਹੋ ਗਿਆ, ਉਸ ਤੋਂ ਬਾਅਦ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਜੈਤਾ ਜੀ ਨੂੰ ਪਾਸ ਬੁਲਾਉਣਾ ਕੀਤਾ। ਬੜੇ ਪ੍ਰੇਮ ਨਾਲ ਪੁੱਛਦੇ ਆ, ਭਾਈ ਜੈਤਾ, ਜਦੋਂ ਤੂੰ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਸਾਡੇ ਪਿਤਾ ਜੀਆਂ ਦੇ ਸੀਸ ਧੜ ਤੋਂ ਜੁਦਾ ਹੋਣ ਦੇ ਅਜੀਬੋ ਗਰੀਬ ਕੌਤਕ ਨੂੰ ਦੇਖ ਰਿਹਾ ਸੀ, ਤੂੰ ਇਕੱਲਾ ਹੀ ਸਿੱਖ ਸੀ ਉੱਥੇ ਭਾਈ? ਉੱਥੇ ਹੋਰ ਕੋਈ ਨਹੀਂ ਹੈਗਾ ਸੀ ਸਿੱਖ? ਅੱਖਾਂ 'ਚ ਵੈਰਾਗ ਦਾ ਜਲ ਹੈ। ਬੜੇ ਪ੍ਰੇਮ ਦੇ ਨਾਲ ਦੱਸਦਾ ਸੱਚੇ ਪਾਤਸ਼ਾਹ, ਸਿੱਖ ਤਾਂ ਬੜੇ ਸੀ, ਪਰ ਮਹਾਰਾਜ ਉਹਨਾਂ ਦੀ ਪਹਿਚਾਣ ਨਹੀਂ ਸੀ ਆ ਰਹੀ ਕੋਈ। ਬਹੁਤ ਸਾਰੇ ਸਿੱਖ ਸਨ ਉੱਥੇ, ਜਿਨ੍ਹਾਂ ਨੂੰ ਮੈਂ ਬੜੀ ਵਾਰੀ ਆਨੰਦਪੁਰ ਸਾਹਿਬ ਬੜੀ ਵਾਰ ਮੈਂ ਸੰਗਤ ਕਰਦਿਆਂ ਦੇਖਿਆ, ਪਰ ਉੱਥੇ ਮੌਤ ਦੇ ਅੱਗੇ ਕਿਸੇ ਨੇ ਵੀ ਇਹ ਨਾ ਕਿਹਾ ਕਿ ਅਸੀਂ ਸੱਚੇ ਪਾਤਸ਼ਾਹ ਜੀ ਦੇ ਸਿੱਖ ਹਾਂ। ਸਾਰੇ ਸਾਥ ਛੱਡ ਗਏ। ਕੇਵਲ ਤੁਸੀਂ ਸਾਨੂੰ ਹੁਕਮ ਕੀਤਾ, ਮੈਨੂੰ, ਔਰ ਮੈਂ ਗੁਰਾਂ ਦਾ ਸੀਸ ਲੈ ਕਰਕੇ ਮੰਜ਼ਿਲੋਂ ਮੰਜ਼ਲੀ ਪੈਂਡਾ ਤੈਅ ਕਰਦਾ ਤੁਹਾਡੇ ਚਰਨਾਂ 'ਚ ਆ ਗਿਆ। ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜੈਤਿਆ, ਆ ਸਾਡਾ ਇੱਕ ਬਚਨ ਯਾਦ ਰੱਖੀ, ਅਸੀਂ ਚੱਲੇ ਆ ਹੁਣ ਇਕਾਂਤਵਾਸ, ਇੱਕ ਕਮਰੇ ਦੇ ਵਿੱਚ ਰਵਾਂਗੇ, ਉੱਥੇ ਜਾ ਕਰਕੇ ਅਕਾਲ ਪੁਰਖ ਦੇ ਨਾਲ ਬਚਨ ਕਰਾਂਗੇ, ਉਸ ਤੋਂ ਬਾਅਦ ਵਿੱਚ ਅਸੀਂ ਆ ਕੇ ਤੈਨੂੰ ਮਿਲਾਂਗੇ। ਜਾਣ ਲੱਗੇ ਕਹਿੰਦੇ, ਜਿਹੜਾ ਲੱਖਾਂ ਵਿੱਚ ਦਿਸੇਗਾ ਨਿਆਰਾ, ਵਾਹਿਗੁਰੂ ਐਸਾ ਮੈਂ ਸਜਾਉਣਾ ਖਾਲਸਾ। ਜਿਹੜਾ ਲੱਖਾਂ ਵਿੱਚ ਦਿਸੇਗਾ ਨਿਆਰਾ, ਐਸਾ ਮੈਂ ਸਜਾਉਣਾ ਖਾਲਸਾ। ਨਿਆਰਾ ਐਸਾ ਮੈਂ ਸਜਾਉਣਾ ਖਾਲਸਾ। ਜਿਹੜਾ ਲੱਖਾਂ ਵਿੱਚੋਂ ਦਿਸੂਗਾ ਨਿਆਰਾ, ਉਹ ਐਸਾ ਮੈਂ ਸਜਾਉਣਾ ਖਾਲਸਾ।
ਲੱਖਾਂ ਵਿੱਚੋਂ ਦਿਸੂਗਾ ਨਿਆਰਾ ਐਸਾ ਮੈਂ ਸਜਾਉਣਾ ਖਾਲਸਾ ਭਾਈ ਜੈਤਿਆ ਐਸਾ ਮੈਂ ਸਜਾਉਣਾ ਖਾਲਸਾ ਭਾਈ ਜੈਤਿਆ ਐਸਾ ਸਜਾਉਣਾ ਖਾਲਸਾ ਭਾਈ ਜੈਤਿਆ ਐਸਾ ਮੈਂ ਸਜਾਉਣਾ ਖਾਲਸਾ ਭਾਈ ਜੈਤਿਆ ਐਸਾ ਮੈਂ ਸਜਾਉਣਾ ਖਾਲਸਾ ਐਸਾ ਮੈਂ ਸਜਾਉਣਾ ਖਾਲਸਾ ਜੈਕਿਆ ਐਸਾ ਮੈਂ ਸਜਾਉਣਾ ਖਾਲਸਾ ਐਸਾ ਮੈਂ ਜੀ ਸਜਾਉਂ ਖਾਲਸਾ ਐਸਾ ਮੈਂ ਸਜਾਉਣਾ ਖਾਲਸਾ ਐਸਾ ਮੈਂ ਸਜਾਉਣਾ ਖਾਲਸਾ ਐਸਾ ਮੈਂ ਜੀ ਹਾਂ ਸਜਾਉਣਾ ਐਸਾ ਮੈਂ ਜੀ ਸਜਾਉਣਾ ਖਾਲਸਾ ਖਾਲਸਾ ਜਿਹੜਾ ਲੱਕਾਂ ਵਿੱਚੋਂ ਦਿਸੇਗਾ ਨਿਆਰਾ ਦਿਸੇਗਾ ਨਿਆਰਾ ਵਈ ਦਿਸੇਗਾ ਨਿਆਰਾ ਐਸਾ ਮੈਂ ਸਜਾਉਂ ਖਾਲਸਾ ਜਿਹੜਾ ਲੱਕਾਂ ਵਿੱਚੋਂ ਦਿਸੇਗਾ ਨਿਆਰਾ ਐਸਾ ਸਜਾਵਾਂ ਖਾਲਸਾ ਲੱਖਾਂ ਵਿੱਚੋਂ ਦਿਸੂਗਾ ਨਿਆਰਾ ਐਸਾ ਮੈਂ ਸਜਾਉਣਾ ਲੱਖਾਂ ਵਿੱਚੋਂ ਦਿਸੂਗਾ ਨਿਆਰਾ ਓ ਐਸਾ ਮੈਂ ਸਜਾਉਣਾ ਖਾਲ ਖਾਲਸਾ ਇਸ ਤਰ੍ਹਾਂ ਦੇ ਨਾਲ ਸਤਿਗੁਰੂ ਕਹਿ ਕੇ ਸਾਧ ਸੰਗਤ ਜੀ ਇੱਕ ਭਗਤੀ ਦੇ ਵਿੱਚ ਸਿਮਰਨ ਦੇ ਵਿੱਚ ਬੰਦਗੀ ਦੇ ਵਿੱਚ ਲੀਨ ਹੋ ਗਏ ਮਹਾਰਾਜ। ਔਰ ਇਸ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਨੇ ਚੜ ਗਿਆ ਸੱਚੇ ਪਾਤਸ਼ਾਹ ਜੀ ਨੇ ਦਇਆ ਕੀਤੀ, ਰਹਿਮਤ ਕੀਤੀ, ਬਖਸ਼ਿਸ਼ ਕੀਤੀ। ਕੈਸੀ ਬਖਸ਼ਿਸ਼? ਇਕਾਂਤ ਵਿੱਚ ਜਾ ਕੇ ਅਕਾਲ ਪੁਰਖ ਦੇ ਨਾਲ ਗੱਲਾਂ ਕੀਤੀਆਂ, ਬਚਨ ਕੀਤੇ। ਕਿਹੜੇ ਬਚਨ ਪਿਆਰਿਓ? ਓਹੋ ਐਸੇ ਬਚਨ ਜਿਹੜੇ ਬਚਨ ਅਕਾਲ ਪੁਰਖ ਜਾਣਦੇ ਨੇ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਕਿਉਂਕਿ ਜਦੋਂ ਸਤਿਗੁਰੂ ਪਿਛਲੇ ਜਨਮ ਦੇ ਵਿੱਚ ਅੱਛਾ ਆਪਾਂ ਦਸਮ ਗ੍ਰੰਥ ਦੀ ਬਾਣੀ ਪੜ੍ਹਦੇ ਆਂ, ਬਹਿ ਰਾਮ ਨਾਲ। ਦਸਮ ਗ੍ਰੰਥ ਦੀ ਬਾਣੀ ਪੜ੍ਹਦੇ ਆਂ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਬ ਮੈਂ ਆਪਣੀ ਬਚਿੱਤਰ ਨਾਟਕ ਦੇ ਵਿੱਚ ਹੁਣ ਅਸੀਂ ਆਪਣੀ ਭਾਈ ਵਿਚਿੱਤਰ ਕਥਾ ਸੁਣਾਉਣ ਲੱਗੇ ਹਾਂ। ਸੰਗਤ ਕਹਿੰਦੀ ਕਿਹੜੀ ਕਥਾ? ਕਦੋਂ ਦੀ ਕਥਾ? ਕਹਿੰਦੇ ਤਪ ਸਾਧਤ ਜੈ ਬਿਦ ਮੋਹਿ ਆਨੋ। ਜਦੋਂ ਮੈਂ ਤਪ ਕਰਦਾ ਹੁੰਦਾ ਸਾਂ, ਜਦੋਂ ਮੈਂ ਇਕੱਲਾ ਹੀ ਬੈਠਾ ਸਾਂ, ਮੇਰਾ ਨਾਮ ਦੁਸ਼ਟ ਦਮਨ ਹੁੰਦਾ ਸੀ। ਤਪ ਸਾਧਤ ਜੈ ਬਿਦ ਮੋਹਿ ਆਨੋ। ਮਾਰਾ ਕਿੱਥੇ ਬੈਠ ਕੇ ਭਗਤੀ ਕਰਦੇ ਹੁੰਦੇ ਸੀ ਤੁਸੀਂ? ਕਹਿੰਦੇ ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਾਹਾਂ। ਜਿੱਥੇ 7 ਚੋਟੀਆਂ ਵਾਲਾ, 7 ਪਹਾੜੀਆਂ ਵਾਲਾ ਇਲਾਕਾ, ਜਿੱਥੇ ਬਰਫ਼ ਪਈ ਰਹਿੰਦੀ ਹੈ, ਹਿਮ ਨਾਮ ਬਰਫ਼ ਦਾ ਹੈ। ਹੇਮਕੁੰਟ ਜਿਹੜਾ ਕੁੰਟ ਸਰੋਵਰ ਬਣਿਆ ਉਹ ਵੀ ਸਾਰਾ ਬਰਫ਼ ਦਾ ਭਰਿਆ ਹੋਇਆ। ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਤੇ ਨਾਮ ਕਹਾਵਾ, ਪੰਡ ਰਾਜ ਜੈ ਜੋਗ ਕਮਾਵਾ। ਜਿੱਥੇ ਪਾਂਡਵਾਂ ਨੇ
ਜੋਗ ਕਮਾਇਆ ਉੱਥੇ ਮੈਂ ਤਪੱਸਿਆ ਕਰੀ। ਉੱਥੇ ਭਗਤੀ ਕੀਤੀ ਹੈ ਮੈਂ ਜਿੱਥੇ ਪਾਂਡਵਾਂ ਨੇ ਜੋਗ ਕਮਾਉਣਾ ਕੀਤਾ ਹੈ। ਕਹਿੰਦੇ ਸੱਚੇ ਪਾਤਸ਼ਾਹ ਅੱਗੇ ਫਿਰ ਦੱਸਦੇ ਨੇ, ਪੰਡ ਰਾਜੇ ਜੋਗ ਕਮਾਵਾ ਤੈ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਰਾਧੇ। ਇਹ ਵਿਦ ਕਰਤ ਤਪੱਸਿਆ ਭਇਓ ਦੁਐਤੇ ਏਕ ਰੂਪ ਹੋਏ ਗਏ ਹੋ। ਕਹਿੰਦੇ ਜਦੋਂ ਮੈਂ ਤੂੰ ਬੇਟਾ ਭਗਤੀ ਕਰੇਗਾ ਸਾਂ, ਭਗਤੀ ਕਰਦਿਆਂ ਕਰਦਿਆਂ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਕਹੇਗਾ ਜਾ ਸੰਸਾਰ ਤੇ ਜਾ ਕੇ ਖਾਲਸਾ ਪੰਥ ਸਜਾ। ਹੁਣ ਅੰਦਰ ਵੀ ਇਹੀ ਗੱਲਾਂ ਹੋ ਰਹੀਆਂ ਨੇ ਕਿ ਕਿਤਨਾ ਸਮਾਂ ਹੋ ਗਿਆ ਤੁਹਾਨੂੰ ਸੰਸਾਰ ਤੇ ਗਿਆ ਨੂੰ, 8-9 ਸਾਲ ਦੀ ਉਮਰ ਤੁਹਾਡੀ ਹੋ ਚੁੱਕੀ ਹੈ। ਤੁਸੀਂ ਇਤਨਾ ਸਮਾਂ ਹੋ ਗਿਆ, ਪਿਤਾ ਦੀ ਸ਼ਹੀਦੀ ਹੋ ਗਈ, ਅਭੀ ਤੱਕ ਤੁਸੀਂ ਉਹ ਕਾਰਜ ਨਹੀਂ ਕੀਤਾ ਜਿਹੜਾ ਕਾਰਜ ਕਰਨ ਵਾਸਤੇ ਤੁਹਾਨੂੰ ਸੰਸਾਰ ਤੇ ਭੇਜਿਆ ਸੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਸਮਾਂ ਲੰਘਦਿਆਂ ਅੱਜ ਉਹ ਸਮਾਂ ਆ ਗਿਆ ਜਦੋਂ ਅਕਾਲ ਪੁਰਖ ਕਹਿੰਦੇ ਨੇ ਐ ਗੋਬਿੰਦ ਰਾਏ ਜਿਹੜੇ ਕੰਮ ਕਰਨ ਵਾਸਤੇ ਤੈਨੂੰ ਸੰਸਾਰ ਤੇ ਭੇਜਿਆ ਸੀ ਉਹ ਕੰਮ ਕਰ। ਹੁਣ 15 ਦਿਨ ਜਦੋਂ ਅੰਦਰ ਮਹਾਰਾਜ ਜੀ ਰਹੇ ਭੋਰਾ ਸਾਹਿਬ ਦੇ ਵਿੱਚ, ਮਹਾਰਾਜ ਨੇ ਸਾਰੀਆਂ ਸਿੱਖ ਸੰਗਤਾਂ ਨੂੰ ਚਿੱਠੀਆਂ ਭੇਜੀਆਂ। ਜਿੱਥੇ ਤੱਕ ਵੀ ਨਾਨਕ ਨਾਮ ਲੇਵਾ ਸੰਗਤਾਂ ਰਹਿੰਦੀਆਂ ਸਭਨਾਂ ਤੱਕ ਇਹ ਮੈਸੇਜ ਪਹੁੰਚ ਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਈ ਵਸਤੂ ਵੰਡਣੀ ਚਾਹੁੰਦੇ ਹੈ, ਕੋਈ ਦਾਤ ਦੇਣੀ ਚਾਹੁੰਦੇ ਹੈ, ਕੋਈ ਵਸਤੂ ਦੇਣੀ ਚਾਹੁੰਦੇ ਹੈ, ਅਨਮੋਲ ਵਸਤੂ। ਸਾਰੀਆਂ ਸੰਗਤਾਂ ਵਹੀਰਾਂ ਘੱਤ ਕੇ ਆ ਜਾਓ, ਅਸੀਂ ਅਨੰਦਪੁਰ ਸਾਹਿਬ ਦੇ ਵਿੱਚ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ। ਦੂਰ ਦੂਰ ਤੱਕ ਪੈਗਾਮ ਭੇਜੇ ਗਏ। ਸੰਗਤਾਂ ਦੂਰ ਦੂਰ ਤੋਂ ਵਹੀਰਾਂ ਘੱਤ ਕੇ, ਕਿਤੇ ਜੰਮੂ ਕਸ਼ਮੀਰ, ਕਿਤੇ ਦਿੱਲੀ, ਕਿਤੇ ਕਰਨਾਟਕ, ਕਿਤੇ ਮਹਾਰਾਸ਼ਟਰਾ, ਸਭਨਾਂ ਥਾਵਾਂ ਤੋਂ ਨਾਨਕ ਨਾਮ ਲੇਵਾ ਸੰਗਤਾਂ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਆ ਰਹੀਆਂ ਨੇ। ਜਦੋਂ ਸੰਗਤਾਂ ਅੰਦਰ ਇੰਟਰ ਕਰਦੀਆਂ ਨੇ ਤਾਂ ਪਿਆਰਿਓ ਬੋਰਡ ਦੇ ਉੱਤੇ ਆ ਲਿਖਿਆ ਹੋਇਆ ਪੜ੍ਹਦੀਆਂ ਨੇ। ਚਾਰੇ ਪਾਸੇ ਬੜੇ ਸੁੰਦਰ ਬੋਰਡ ਲੱਗੇ ਨੇ, ਬੜੇ ਸੁੰਦਰ ਗੇਟ ਬਣੇ ਨੇ, ਬੈਨਰ ਬਣੇ ਨੇ। ਬੈਨਰਾਂ ਦੇ ਉੱਤੇ ਪਹਿਲੇ ਗੇਟ ਵਾਲਿਆਂ ਨੇ ਦੇਖਿਆ ਜਿਹੜੀਆਂ ਸੰਗਤਾਂ ਇਸ ਪਾਸਿਓਂ ਜਾ ਰਹੀਆਂ ਸੀ, ਪੜਿਆ ਓਹੋ ਆ ਸਤਿਗੁਰਾਂ ਨੇ ਕੀ ਲਿਖਤਾ, ਤਰ ਕੇ ਤਲੀ ਦੇ ਉੱਤੇ ਆ ਜਾ ਵਈ ਸਿਰ ਤਰ ਕੇ ਤਲੀ ਤੇ ਆ ਜਾ, ਤਰ ਕੇ ਤਲੀ ਤੇ ਆ ਜਾ ਸਿਰ ਧਰ ਕੇ ਤਲੀ ਤੇ ਆ ਜਾ, ਕਲੀ ਤੇ ਆ ਜਾ ਸਿਰ ਧਰ ਕੇ ਆ ਜਾ, ਧਰ ਕੇ ਕਲੀ ਕੇ ਆ ਜਾ ਸਿਰ ਧਰ ਕੇ ਹਰ ਕੇ ਤਲੀ ਤੇ ਆ ਜਾ ਲੰਘਣਾ ਜੇ ਪ੍ਰੇਮ ਦੀ ਗਲੀ, ਤਰ ਕੇ ਤਲੀ ਦੇ ਉੱਤੇ ਆ ਜਾ ਲੰਘਣਾ ਜੇ ਪ੍ਰੇਮ ਦੀ ਗਲੀ, ਗਲੀ ਦੇ ਆ ਜਾ ਲੰਘਣਾ ਜੇ ਪ੍ਰੇਮ ਦੀ ਗਲੀ, ਤਰ ਕੇ ਤਲੀ ਤੇ ਆ ਜਾ ਲੰਘਣਾ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੇ। ਸੰਗਤਾਂ ਪੜ੍ਹ ਵੀ ਰਹੀਆਂ ਨੇ ਤੇ ਹੈਰਾਨ ਵੀ ਹੋ ਰਹੀਆਂ ਨੇ, ਇਹ ਕੀ ਲਿਖਿਆ ਹੋਇਆ ਹੈ, ਕਿਉਂ ਲਿਖਿਆ ਹੋਇਆ ਹੈ। ਜਦੋਂ ਇਸ ਤਰ੍ਹਾਂ ਦੇ ਨਾਲ ਸੰਗਤਾਂ ਪੜ੍ਹ ਕੇ ਅੰਦਰ ਪ੍ਰਵੇਸ਼ ਕਰ ਗਈਆਂ, ਅੰਦਰ ਜਾ ਜਾ ਕੇ ਸਜ ਰਹੀਆਂ ਨੇ ਸੰਗਤਾਂ। ਔਰ ਦੂਸਰੇ ਪਾਸੇ ਵਾਲਾ ਜੋ ਗੇਟ ਹੈ, ਹੁਣ ਸੰਗਤਾਂ ਇੱਧਰ ਦੀ ਇੰਟਰ ਹੋ ਰਹੀਆਂ ਨੇ।
इधर की लिखिया होया है, मोहे मारने का चाओ है, मोहे मारने का चाओ है। मरूं तागर के द्वार, मरूं तागर के द्वार, मोहे मारने का चाओ है, मोहे मारने का चाओ है। ਤੀਜੇ ਪਾਸੇ ਦੀ ਜਦੋਂ ਸੰਗਤਾਂ ਆ ਰਹੀਆਂ ਨੇ, ਉਧਰ ਲਿਖਿਆ ਹੋਇਆ ਹੈ, ਜੇ ਤੁਸੀਂ ਭਾਈ ਅੰਦਰ ਪ੍ਰਵੇਸ਼ ਕਰਨਾ ਪਹਿਲਾ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ। ਚੌਥੇ ਗੇਟ ਤੋਂ ਦੀ ਜਦੋਂ ਸੰਗਤਾਂ ਵੜ ਰਹੀਆਂ ਨੇ, ਉੱਥੇ ਲਿਖਿਆ ਹੋਇਆ ਹੈ, ਸੂਰਾ ਸੋ ਪਹਿਚਾਨੀਐ। ਬੈਠੇ ਰਹੋ ਨਾ ਸਾਰੇ, ਸੁਣੋ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕਹਿ ਖੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ। ਜਦੋਂ ਇਸ ਤਰ੍ਹਾਂ ਦੇ ਨਾਲ ਚੌਂਕੜਾ ਮਾਰ ਕੇ ਬੈਠੋ, ਅੱਖਾਂ ਬੰਦ ਕਰੋ, ਇਸ ਤਰ੍ਹਾਂ ਨਹੀਂ ਗੱਲ ਬਣਦੀ। ਹੁਣ ਜਦੋਂ ਸਾਧ ਸੰਗਤ ਜੀ ਚਾਰੇ ਗੇਟਾਂ ਤੋਂ ਦੀ ਸੰਗਤਾਂ ਅੰਦਰ ਲੰਘਦੀਆਂ 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 80,000 ਦਾ ਇਕੱਠ ਹੋ ਗਿਆ। ਆਓ ਸਾਹਮਣੇ ਬੜੀ ਸੁੰਦਰ ਸਟੇਜ ਸਜੀ ਹੋਈ ਹੈ, ਇੱਕ ਪਾਸੇ ਤੰਬੂ ਲੱਗਿਆ ਹੋਇਆ ਹੈ। ਇੰਨੀਆਂ ਸੰਗਤਾਂ ਦੇ ਵਿੱਚ ਹੁਣ ਦਿੱਲੀ ਸਰਕਾਰ, ਜਿਸ ਦਾ ਨਾਮ ਅਬੁਲ ਤੁਰਾਨੀ ਹੁੰਦਾ ਹੈ, ਜਿਸ ਦੀ ਰਿਪੋਰਟ ਸਾਧ ਸੰਗਤ ਜੀ ਹੁਣ ਤੱਕ ਵੀ ਸਿੱਖੀਜ਼ਮ ਦੇ ਕੋਲ ਪਈ ਹੈ। ਉਹਨੇ ਉੱਥੇ ਆ ਕੇ ਰਿਪੋਰਟ ਭੇਜਣੀ ਸੀ ਔਰੰਗਜ਼ੇਬ ਬਾਦਸ਼ਾਹ ਨੂੰ, ਵੀ ਗੁਰੂ ਗੋਬਿੰਦ ਸਿੰਘ ਨੇ ਇੰਨਾ ਇਕੱਠ ਕਿਉਂ ਕੀਤਾ ਹੈ। ਹੁਣ ਬੜੀਆਂ ਸੰਗਤਾਂ ਸਜੀਆਂ ਨੇ, ਸਾਹਮਣੇ ਕੀਰਤਨੀਏ ਕੀਰਤਨ ਕਰ ਰਹੇ ਨੇ, ਕਵੀਸ਼ਰ ਆਪਣੀਆਂ ਕਵਿਤਾਵਾਂ ਪੜ੍ਹ ਰਹੇ ਨੇ, ਢਾਡੀ ਜੋਸ਼ ਭਰੀਆਂ ਵਾਰਾਂ ਪੜ੍ਹ ਰਹੇ ਨੇ। ਸਾਧ ਸੰਗਤ ਜੀ ਅਨੰਦਪੁਰ ਸਾਹਿਬ ਆ, ਸਰਸਾ ਦੇ ਕੰਢੇ, ਜਿੱਥੇ ਗੱਤਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ। ਜਦੋਂ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਨਾਲ ਵਾਰਾਂ ਗਾ ਰਹੇ ਹਨ, ਓਹੋ ਅਨੰਦਪੁਰ ਸਾਹਿਬ ਬਣ ਗਿਆ ਸਰਸਾ ਦੇ ਕੰਢੇ, ਅਨੰਦਪੁਰ ਸਾਹਿਬ ਬਣ ਗਿਆ ਸਰਸਾ ਦੇ ਕੰਢੇ। ਬਈਓ ਅਨੰਦਪੁਰ ਸਾਹਿਬ ਬਣ ਗਿਆ, ਅਨੰਦਪੁਰ ਸਾਹਿਬ ਬਣ ਗਿਆ ਸਰਸਾ ਦੇ ਕੰਢੇ, ਅਨੰਦਪੁਰ ਸਾਹਿਬ ਬਣ ਗਿਆ ਸਰਸਾ ਦੇ ਕੰਢੇ। ਉੱਤੇ ਗੱਤਕਾ ਖੇਡਣ ਸੂਰਮੇ, ਗੱਤਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ, ਗੱਤਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ। ਗੱਤਕਾ
गतका खेडन सूर में हथ फड़ के खंडे। हाँ जी गतका खेडन सूर में हथ फड़ के कंडे। ਜਦੋਂ ਇਸ ਤਰ੍ਹਾਂ ਦੇ ਨਾਲ ਬਚਨ ਹੋ ਰਹੇ ਸਨ ਸਾਧ ਸੰਗਤ ਜੀ, ਕਵੀ ਲੋਕ ਕਵੀਜਨ ਕਵਿਤਾਵਾਂ ਗਾ ਰਹੇ ਸਨ। ਸੰਗਤਾਂ ਦੇਖ ਰਹੀਆਂ ਨੇ ਸੱਚੇ ਪਾਤਸ਼ਾਹ ਹਜੇ ਤੱਕ ਵੀ ਸਟੇਜ ਤੇ ਨਹੀਂ ਪਹੁੰਚੇ, ਕੀ ਗੱਲ ਹੋਈ ਹੈ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਟੇਜ ਤੇ ਆਏ ਨੇ, ਸਟੇਜ ਬਿਲਕੁਲ ਖਾਲੀ ਹੈ, ਨਾ ਕੋਈ ਰਾਗੀ ਸਿੰਘ, ਨਾ ਢਾਡੀ, ਨਾ ਕਵੀਸ਼ਰ, ਸਭ ਸਟੇਜ ਤੋਂ ਉਤਰ ਚੁੱਕੇ ਹਨ। ਸੱਚੇ ਪਾਤਸ਼ਾਹ ਸਟੇਜ ਤੇ ਆਏ, ਆ ਕੇ ਤਖਤਾਂ ਤੇ ਸਜੇ ਨਹੀਂ, ਹੱਥ ਦੇ ਵਿੱਚ ਤਲਵਾਰ ਕਿਰਪਾਨ ਪਕੜੀ ਹੋਈ ਹੈ। ਸ਼ਾਇਰ ਨੇ ਇਮੇਜਿਨ ਕਰਕੇ ਲਿਖਣਾ ਕੀਤਾ ਹੈ, ਸਤਿਗੁਰਾਂ ਦੇ ਹੱਥ ਵਿੱਚ ਖੰਡਾ ਪਕੜਿਆ ਹੋਇਆ ਹੈ, ਕਿਰਪਾਨ ਪਕੜੀ ਹੋਈ ਹੈ। ਓਹੋ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਨ ਹਵਾ ਦੇ ਵਿੱਚ ਲਹਿਰਾਉਂਦਿਆਂ ਹੋਇਆਂ ਮੁਖ ਦੇ ਵਿੱਚ ਬਚਨ ਕੀਤਾ, ਓ ਸਾਨੂੰ ਇੱਕ ਸੀਸ ਚਾਹੀਦਾ ਹੈ, ਇੱਕ ਸੀਸ ਦੀ ਜ਼ਰੂਰਤ ਹੈ। ਓਹੋ, ਖੰਡਾ ਖਿੱਚਿਆ ਗੁਰੂ ਦਸ਼ਮੇਸ਼ ਨੇ, ਖੰਡਾ ਖਿੱਚਿਆ ਗੁਰੂ ਦਸ਼ਮੇਸ਼ ਨੇ, ਉੱਚੀ ਜ਼ੋਰ ਨਾਲ ਬੋਲ ਕੇ ਜੈਕਾਰਾ। ਉੱਚੀ ਜ਼ੋਰ ਨਾਲ ਬੋਲ ਕੇ ਜੈਕਾਰਾ, ਉੱਚੀ ਜ਼ੋਰ ਨਾਲ ਬੋਲ ਕੇ ਜੈਕਾਰ। ਤੇਜ ਚੱਲਿਆ ਕਿਸੇ ਤੋਂ ਤੇਜ ਚੱਲਿਆ ਕਿਸੇ ਤੋਂ ਗਿਆਨਾ, ਦੇਖ ਹੋ ਗਿਆ ਦੀਵਾਨ ਗੁੰਮ ਸਾਰਾ। ਅੱਜ ਲੋੜ ਹੈ ਸਾਨੂੰ ਇੱਕ ਸੀਸ ਦੀ, ਅੱਜ ਲੋੜ ਹੈ ਸਾਨੂੰ ਇੱਕ ਮੁਖੋਂ ਸਤ ਗੁਰਾਂ ਬਚਨ ਉਚਾਰਾ। ਅੱਜ ਲੋੜ ਹੈ ਸਾਨੂੰ ਇੱਕ ਮੁਖੋਂ ਸਤ ਗੁਰਾਂ ਬਚਨ ਉਚਾਰਾ। ਉਹਨੂੰ ਖੰਡੇ ਵਾਲੀ ਧਾਰ ਕੇ ਕਰ ਦੇਵਾਂਗੇ ਪਾਰ ਉਤਾਰਾ। ਅੱਜ ਲੋੜ ਹੈ ਸਾਨੂੰ ਇੱਕ ਸੀਸ, ਅੱਜ ਲੋੜ ਹੈ ਸਾਨੂੰ ਇੱਕ ਸੀਸ ਦੀ।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਬਚਨ ਕਰ ਦਿੱਤਾ, ਸਾਨੂੰ ਸੀਸ ਚਾਹੀਦਾ ਹੈ। ਉੱਥੇ ਬੜੇ ਵੱਡੇ ਵੱਡੇ ਮਛੰਦ ਪਹੁੰਚੇ ਹੋਏ ਸਨ, ਤਾਰੇ ਮਛੰਦ ਵਰਗੇ, ਜਿਹੜੇ ਲੋਕਾਂ ਆਪੀ ਰੱਖ ਸਤਿਗੁਰਾਂ ਤੱਕ ਉਹ ਭੇਟਾਵਾਂ ਪਹੁੰਚਣੀ ਨਹੀਂ ਸੀ ਦਿੰਦੇ ਹੁੰਦੇ। ਉਹ ਭੇਟਾਵਾਂ ਆਪੇ ਖਾਣ ਵਾਲੇ ਵੀ ਪਹੁੰਚੇ ਹੋਏ ਸਨ। ਜਦੋਂ ਇਸ ਤਰ੍ਹਾਂ ਇਹ ਗੱਲ ਸੁਣੀ ਕਿ ਸਤਿਗੁਰਾਂ ਨੇ ਤਾਂ ਸਿਰ ਮੰਗ ਲਿਆ, ਸਤਿਗੁਰਾਂ ਨੂੰ ਤਾਂ ਸੀਸ ਦੀ ਲੋੜ ਪੈ ਗਈ। ਜਦੋਂ ਇਸ ਤਰ੍ਹਾਂ ਦੇ ਨਾਲ ਬਚਨ ਹੋਇਆ, ਓਹੋ ਸਾਧ ਸੰਗਤ ਜੀ ਅੱਧ ਨਾਲੋਂ ਵੱਧ ਤਾਂ ਉੱਠ ਕੇ ਹੀ ਭੱਜ ਗਏ। ਸਤਿਗੁਰਾਂ ਦੇ ਪੰਡਾਲ ਦੇ ਵਿੱਚ ਜਿਹੜਾ 80,000 ਦਾ ਇਕੱਠ ਸੀ ਨਾ, ਉਹ ਸਭ ਦੌੜ ਗਏ, ਭੱਜ ਗਏ, ਜਣ ਲੱਗੇ। ਸਤਿਗੁਰਾਂ ਨੇ ਦੂਸਰੀ ਵਾਰੀ ਕਿਹਾ, ਸਾਨੂੰ ਭਾਈ ਇੱਕ ਸੀਸ ਦੀ ਜ਼ਰੂਰਤ ਹੈ, ਸਾਨੂੰ ਲੋੜ ਪੈ ਗਈ ਇੱਕ ਸੀਸ ਦੀ, ਉੱਠੋ ਸਾਨੂੰ ਸਿਰ ਦਿਓ। ਦੂਸਰੀ ਆਵਾਜ਼ ਤੇ ਵੀ ਕੋਈ ਨਾ ਉੱਠਿਆ। ਜਦੋਂ ਤੀਸਰੀ ਆਵਾਜ਼ ਦਿੱਤੀ ਤਾਂ ਉਹ ਇੱਕ ਵਿੱਚ ਪਰਨਾ ਪਾਇਆ, ਸਤਿਗੁਰਾਂ ਦੇ ਸਾਹਮਣੇ ਸਟੇਜ ਤੇ ਜਾ ਕੇ ਨਮਸਕਾਰ ਕਰਕੇ ਦੋਨੋਂ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਖੜ ਗਿਆ। ਹੇ ਸੱਚੇ ਪਾਤਸ਼ਾਹ, ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹਾਂ। ਸਤਿਗੁਰੂ ਕਹਿੰਦੇ, ਮੈਂ ਸਿਰ ਵੱਢਣਾ, ਮੈਂ ਸਿਰ ਧੜ ਤੋਂ ਜੁਦਾ ਕਰਨਾ। ਕੀ ਤੂੰ ਸਿਰ ਦਵੇਂਗਾ? ਕੀ ਤੂੰ ਸਿਰ ਦੇਣ ਵਾਸਤੇ ਤਿਆਰ ਹੈ ਤੂੰ? ਓਹੋ ਸਾਧ ਸੰਗਤ, ਜਦੋਂ ਇਸ ਤਰ੍ਹਾਂ ਬਚਨ ਕੀਤਾ, ਸਤਿਗੁਰਾਂ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਕਰਦੇ, ਮਹਾਰਾਜ ਮੈਂ ਖਿਮਾ ਦਾ ਜਾਚਕ ਹਾਂ। ਆਪ ਜੀ ਨੇ ਇੱਕ ਆਵਾਜ਼ ਦਿੱਤੀ, ਮੈਂ ਉੱਠਿਆ ਨਹੀਂ। ਆਪ ਜੀ ਨੇ ਦੂਸਰੀ ਦਿੱਤੀ, ਮੈਂ ਉੱਠਿਆ ਨਹੀਂ। ਤੀਸਰੀ ਆਵਾਜ਼ ਤੇ ਉੱਠਿਆ। ਸਤਿਗੁਰੂ ਕਹਿੰਦੇ, ਪਹਿਲੀ ਦੂਜੀ ਆਵਾਜ਼ ਕੀ ਤੈਨੂੰ ਸੁਣੀ ਨਹੀਂ? ਪਹਿਲੀ ਦੂਜੀ ਆਵਾਜ਼ ਤੇ ਕਿਉਂ ਨਾ ਉੱਠਿਆ? ਕਹਿੰਦਾ, ਸੱਚੇ ਪਾਤਸ਼ਾਹ ਮੈਂ ਸੋਚ ਰਿਹਾ ਸਾਂ, ਸਤਿਗੁਰੂ ਤਾਂ ਆਪ ਸੂਰਵੀਰ ਯੋਧੇ ਨੇ, ਇਹਨਾਂ ਨੂੰ ਸਿਰ ਦੀ ਲੋੜ ਕਿਵੇਂ ਪੈ ਗਈ? ਮਹਾਰਾਜ ਜੀ ਮੈਂ ਸੋਚ ਹੀ ਰਿਹਾ ਸਾਂ। ਓਹੋ ਜਦੋਂ ਤੁਸੀਂ ਦੂਸਰੀ ਆਵਾਜ਼ ਮਾਰੀ, ਮੈਂ ਮਨ ਬਣਾ ਲਿਆ। ਸਤਿਗੁਰੂ ਕਹਿੰਦੇ, ਕੀ ਮਨ ਬਣਾਇਆ? ਕਹਿੰਦਾ, ਮੈਂ ਮਨ ਬਣਾ ਲਿਆ, ਜੇ ਗੁਰੂ ਸਿਰ ਮੰਗਦਾ ਬਖਸ਼ਿਸ਼ ਵੀ ਸਿਰੇ ਦੀ ਕਰੇਗਾ। ਆਖੋ ਸਤਨਾਮ। ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਨ, ਸਿਰ ਦੇ ਕੇ ਜੇ ਹਰ ਮਿਲੇ ਤਾਂ ਵੀ ਸਸਤਾ, ਤਾਂ ਵੀ ਸਸਤਾ ਹੀ ਹੈ। ਮੈਨੂੰ ਸਿਰ ਦੇ ਕੇ ਸਿੱਖੀ ਲੈ ਲੈਣੀ ਚਾਹੀਦੀ ਹੈ। ਸਤਿਗੁਰੂ ਕਹਿੰਦੇ, ਕੀ ਨਾਮ ਹੈ ਤੇਰਾ? ਕਿੱਥੋਂ ਦੇ ਰਹਿਣ ਵਾਲਾ ਹੈ? ਕੀ ਕੰਮ ਕਰਦਾ ਹੁੰਨਾ? ਮੇਰੇ ਵਾਸਤੇ ਕਿਰਪਾਨ ਚਲਾਏਗਾ, ਜੰਗ ਲੜੇਗਾ ਮੇਰੇ ਵਾਸਤੇ? ਦੋਨੋਂ ਹੱਥ ਜੋੜ ਕੇ ਕਹਿੰਦਾ, ਸੱਚਿਆ ਪਾਤਸ਼ਾਹ ਮੇਰਾ ਨਾਮ ਹੈ ਦਇਆ ਰਾਮ ਖੱਤਰੀ, ਲਾਹੌਰ ਦੇ ਰਹਿਣ ਵਾਲਾ ਮੈਂ। ਮਹਾਰਾਜ ਜੀ ਮੇਰੀ ਦੁਕਾਨ ਹੈ ਛੋਟੀ ਜੀ ਕਰਿਆਨੇ ਦੀ, ਪਾਈਆ ਕ ਗੁੜ ਵੇਚ ਦਿਨਾ, ਪਾਈਆ ਕ ਹਲਦੀ ਵੇਚ ਦਿਨਾ, ਪਾਈਆ ਕ ਮਿਰਚਾਂ ਵੇਚ ਦਿਨਾ ਹੈ। ਕੋਈ ਬੜਾ ਬਿਜ਼ਨਸ ਨਹੀਂ ਹੈਗਾ, ਛੋਟਾ ਮੋਟਾ ਜਿਹਾ ਕੰਮ ਹੈ। ਇੱਕ ਦਿਨ ਦੇ 10-20 ਰੁਪਏ ਕਮਾਉਣ ਵਾਲਾ ਬੰਦਾ ਮੈਂ ਜੀ। ਕਹਿੰਦੇ, ਮੇਰੇ ਵਾਸਤੇ ਜੰਗ ਲੜੇਗਾ? ਕਿੰਨੀ ਚੰਗੀ ਗੱਲ ਹੋਈ ਹੈ, ਤੂੰ ਲਾਹੌਰ ਤੋਂ ਆਇਆ। ਬਾਣੀ ਚ ਲਿਖਿਆ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਸਵਾ ਸਵਾ ਪਹਿਰ ਦੇ ਵਿੱਚ ਉੱਤੇ ਕਹਿਰਾਂ ਦੇ ਕਹਿਰ ਵਾਪਰ ਜਾਂਦੇ। ਜਿਹੜਾ ਕੰਮ ਮੈਂ ਅੱਜ ਕਰਨ ਲੱਗਿਆ, ਇਹਨੂੰ ਦਇਆ ਦੀ ਜ਼ਰੂਰਤ ਸੀ। ਜੇ ਉਸ ਲਾਹੌਰ ਦੇ ਵਿੱਚੋਂ ਦਇਆ ਆ ਗਈ, ਮੇਰਾ ਪੰਥ ਜ਼ਰੂਰ ਚੱਲੇਗਾ। ਆਖੋ ਸਤਨਾਮ। ਮੇਰਾ ਪੰਥ ਜ਼ਰੂਰ ਚੱਲੇਗਾ। ਖਾਲਸਾ ਪੰਥ, ਖਾਲਸਾ ਦਾ ਮਤਲਬ ਹੈ ਖਾਲਸ, ਪਿਓਰ, ਜਿਹ ਚ ਕੋਈ ਰਲਾਵਟ ਨਹੀਂ ਹੈਗੀ।
ਪੰਥ ਦਾ ਮਤਲਬ ਹੈ ਰਸਤਾ, ਜਿਸ ਰਸਤੇ ਤੋਂ ਦੀ ਚੱਲਣਾ ਹੁੰਦਾ ਹੈ ਆਪਾਂ ਨੇ। ਜਿਸ ਦਿਨ ਸੱਚੇ ਪਾਤਸ਼ਾਹ ਜੀ ਖਾਲਸਾ ਸਜਾਉਣ ਲੱਗੇ ਨੇ, ਵਿਸਾਖੀ ਹੈ ਨਾ, ਇਸ ਦਿਨ ਹੋਰ ਵੀ ਬੜੇ ਇਤਿਹਾਸ ਨੇ। ਜੇ ਤਾਂ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਤੋਂ ਸ਼ੁਰੂ ਕਰ ਲਈਏ, ਫਿਰ ਤਾਂ ਜਿੱਦਣ ਸ੍ਰੀ ਗੁਰੂ ਨਾਨਕ ਦੇਵ ਜੀ ਘਰੋਂ ਪਹਿਲੇ ਦਿਨ ਤੁਰੇ ਨੇ, ਭਗਵਾਨ ਸ਼੍ਰੀ ਚੰਦਰ ਮਹਾਰਾਜ ਅਤੇ ਲక్ష్ਮੀ ਦਾਸ ਜੀ ਨੂੰ ਬੇਬੇ ਨਾਨਕੀ ਜੀ ਦੀ ਗੋਦੀ ਵਿੱਚ ਉਹਨਾਂ ਨੂੰ ਸੰਭਾਲ ਕੇ, ਪੁੱਤਰ ਉਹਨਾਂ ਨੂੰ ਪਕੜਾ ਕੇ, ਪਹਿਲੇ ਦਿਨ ਜਦੋਂ ਉਦਾਸੀ ਤੇ ਚੱਲੇ ਨੇ, ਉਦਣ ਵੀ ਵਿਸਾਖੀ ਸੀ। ਜਦੋਂ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬੌਲੀ ਸਾਹਿਬ ਦਾ ਕੜ ਤੋੜ ਰਹੇ ਸਨ, ਜਿਹਦੇ ਵਿੱਚ ਉਹਨਾਂ ਦੇ ਭਰਾ ਦਾ ਮੁੰਡਾ ਡੁੱਬ ਗਿਆ ਸੀ। ਫਿਰ ਸਤਿਗੁਰਾਂ ਨੇ ਪ੍ਰਬਲ ਸ਼ਕਤੀ ਦੇ ਨਾਲ ਉਹਨੂੰ ਬਾਹਰ ਕੱਢਿਆ ਸੀ। ਬੌਲੀ ਸਾਹਿਬ ਦੇ ਇਤਿਹਾਸ ਜਿਹੜੇ ਸੱਜਣਾ ਨੇ ਸੁਣਿਆ ਹੋਵੇ ਉਹਨਾਂ ਨੂੰ ਪਤਾ ਹੈ। ਮਾਣਕ ਚੰਦ ਉਸ ਦਾ ਨਾਮ ਸੀ। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਭਤੀਜਾ। ਸੋ ਸਾਧ ਸੰਗਤ ਜੀ, ਉਸ ਦਿਨ ਵੀ ਵਿਸਾਖੀ ਸੀ। ਜੇ ਆਪਾਂ ਹੋਰ ਵਿਚਾਰ ਕਰੀਏ, ਜਿਸ ਦਿਨ ਸੱਚੇ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦੀ ਦੇਣ ਵਾਸਤੇ ਲਾਹੌਰ ਨੂੰ ਚੱਲੇ, ਉਦਣ ਵੀ ਵਿਸਾਖੀ ਸੀ। ਕਿਤਨੇ ਕਿ ਇਤਿਹਾਸਾਂ ਦੀ ਵਿਚਾਰ ਕੀਤੀ ਜਾਵੇ, ਜਦੋਂ ਅਸੀਂ ਮਿਹਨਤ ਕਰਦੇ ਗਾ, ਗ੍ਰੰਥ ਪੋਥੀਆਂ ਪੜ੍ਹਦੇ ਆ। ਅੱਜ ਤਾਂ ਅਸੀਂ ਲੱਕ ਬੰਨ ਲਿਆ ਨਾ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਰਿਜੈਕਟ ਕਰਨ ਦਾ। ਹੁਣ ਤਾਂ ਅਸੀਂ ਬਸ ਪ੍ਰੋਫੈਸਰਾਂ ਦੀਆਂ ਕਾਪੀਆਂ ਕਿਤਾਬਾਂ ਪੜ੍ਹਦੇ ਆ, ਉਹੀ ਸੁਣਾਉਂਦੇ ਆ। ਕਦੇ ਹਵਾ ਨੂੰ ਰੱਬ ਕਹਿ ਦਿੰਨੇ ਆ, ਕਦੇ ਸੂਰਜ ਨੂੰ ਰੱਬ ਕਹਿ ਦਿੰਨੇ ਆ। ਤਾਂ ਸਾਧ ਸੰਗਤ ਜੀ, ਜੇ ਇਤਿਹਾਸ ਵਾਚਿਆ ਜਾਵੇ ਫਿਰ ਪਤਾ ਲੱਗਦਾ ਹੈ। ਅੱਗੇ ਹੁਣ ਅੱਜ ਦੇ ਦਿਨ ਦੀ ਵਿਚਾਰ, ਕਹਿੰਦੇ ਮੇਰੇ ਵਾਸਤੇ ਜੰਗ ਲੜੇਗਾ ਤੂੰ। ਭਾਈ ਦਇਆ ਰਾਮ ਖੱਤਰੀ ਹੱਥ ਜੋੜੇ ਨੇ, ਗਲ 'ਚ ਪੱਲਾ ਪਾਇਆ, ਨੀਵੀਂ ਪਾ ਕੇ ਕਹਿੰਦੇ ਕਾਮ ਹਮਾਰਾ ਤੋਲਣ ਤੱਕੜੀ, ਨੰਗੇ ਛੁਰੀ ਕਦੇ ਨਹੀਂ ਪਕੜੀ। ਚਿੜੀ ਉੱਡੇ ਤਾਂ ਕੰਮ ਡਰ ਜਾਏ, ਤੇਗ ਪਕੜ ਕੈਸੇ ਰਣ ਮੈਂ ਜਾਏ। हे ਮਹਾਰਾਜ, ਜੰਗ ਨਹੀਂ ਹੋਣਾ, ਯੁੱਧ ਨਹੀਂ ਹੋਣਾ, ਸਿਰ ਲੈ ਲੈ ਮੇਰਾ। ਤੇਰਾ ਵਚਨ ਮੰਨ ਕੇ ਸਿਰ ਦੇਣ ਵਾਸਤੇ ਆ ਗਿਆ। ਸਤਿਗੁਰਾਂ ਨੇ ਬਾਂਹ ਤੋਂ ਪਕੜਿਆ, ਤੰਬੂ 'ਚ ਲੈ ਗਏ, ਕਰਕੇ ਕਿਰਪਾਨ ਦਾ ਵਾਰ ਸਿਰ ਧੜ ਤੋਂ ਜੁਦਾ ਕਰ ਦਿੱਤਾ। ਖੂਨ ਦੇ ਨਾਲ ਲੱਥ-ਪੱਥ ਸਿਰੀ ਸਾਕਿਬ ਕਿਰਪਾਨ ਲੈ ਕਰਕੇ ਜਦੋਂ ਵਾਪਸ ਸਾਧ ਸੰਗਤ ਜੀ ਕਿਰਪਾਨ ਹਵਾ ਦੇ ਵਿੱਚ ਲਹਿਰਾ ਰਹੇ ਹਨ। ਔਰ ਫਿਰ ਕੀ ਕਹਿੰਦੇ ਨੇ, ਉੱਠੇ ਕੋਈ ਰੱਬ ਦਾ ਪਿਆਰਾ, ਵਾਹਿਗੁਰੂ ਲੋੜ ਪੈ ਗਈ ਮੈਨੂੰ ਸੀਸ ਦੀ। ਅੱਜ ਉੱਠੇ ਕੋਈ ਰੱਬ ਦਾ ਪਿਆਰਾ, ਲੋੜ ਪੈ ਗਈ ਮੈਨੂੰ ਸੀਸ ਦੀ। ਉੱਠੇ ਕੋਈ ਰੱਬ ਦਾ ਪਿਆਰਾ, ਲੋੜ ਪੈ ਗਈ ਮੈਨੂੰ ਸੀਸ ਦੀ। ਉੱਠੇ ਕੋਈ ਰੱਬ ਦਾ ਪਿਆਰਾ, ਲੋੜ ਪੈ ਗਈ ਮੈਨੂੰ। ਜਦੋਂ ਸਾਧ ਸੰਗਤ ਜੀ ਇਸ ਤਰ੍ਹਾਂ ਆਵਾਜ਼ ਦੇ ਰਹੇ ਹਨ, ਕੋਈ ਉੱਠੇ ਜੀ ਪਿਆਰਾ ਸਿੱਖ ਮੇਰਾ, ਲੋੜ ਮੈਨੂੰ ਪੈ ਗਈ ਸੀਸ ਦੀ। ਕੋਈ ਉੱਠੇ ਜੀ ਪਿਆਰਾ ਸਿੱਖ ਮੇਰਾ, ਲੋੜ ਪੈ ਗਈ ਮੈਨੂੰ ਸੀਸ ਦੀ। ਪਿਆਰਾ ਸਿੱਖ ਮੇਰਾ, ਲੋੜ ਪੈ ਗਈ ਮੈਨੂੰ ਸੀਸ ਦੀ। ਅੱਜ ਲੋੜ ਪੈ ਗਈ ਜੀ ਮੈਨੂੰ ਸੀਸ ਦੀ। ਲੋੜ ਪੈ ਗਈ ਜੀ
ਮੈਨੂੰ ਸੀਸ ਦੀ। ਜੀ ਹਾਂ ਮੈਨੂੰ ਸੀਸ ਦੀ ਉਹ ਲੋੜ ਪੈ ਗਈ, ਹਾਂ ਮੈਨੂੰ ਸੀ ਲੋੜ ਪੈ ਗਈ ਜੀ, ਹਾਂ ਮੈਨੂੰ ਸੀ। ਹਾਂਜੀ ਉੱਟੇ ਕੋਈ ਪਿਆਰਾ ਸਿੱਖ ਮੇਰਾ, ਲੋੜ ਪੈ ਗਈ ਮੈਨੂੰ ਸੀਸ ਦੀ। ਉੱਠੇ ਕੋਈ ਪਿਆਰਾ ਸਿੱਖ ਮੇਰਾ, ਲੋੜ ਪੈ ਗਈ ਮੈਨੂੰ ਸੀਸ ਦੇ। ਕੋਈ ਪਿਆਰਾ ਸਿੱਖ ਮੇਰਾ ਲੋੜ ਪੈ ਗਈ ਮੈਨੂੰ ਸੀ। ਅੱਜ ਉੱਠੇ ਕੋਈ ਪਿਆਰਾ ਸਿੱਖ ਮੇਰਾ ਲੋੜ ਪੈ ਗਈ। ਉੱਠੇ ਕੋਈ ਪਿਆਰਾ ਸਿੱਖ ਮੇਰਾ ਲੋੜ ਪੈ ਗਈ ਮੈਨੂੰ ਸੀਸ ਦੀ। ਆ ਚੁੱਕੇ ਕੋਈ ਪਿਆਰਾ ਸਿੱਖ ਮੇਰ ਉਹ ਲੋੜ ਪੈ ਗਈ ਮੈਨੂੰ ਸੀਸ ਦੀ। ਜਦੋਂ ਦੂਸਰੀ ਆਵਾਜ਼ ਦਿੱਤੀ, ਦਿੱਲੀ ਦੇ ਰਹਿਣ ਵਾਲਾ ਭਾਈ ਧਰਮਚੰਦ ਸਟੇਜ ਤੇ ਪਹੁੰਚ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਂਹ ਤੋਂ ਪਕੜ ਕੇ ਪੁੱਛਦੇ ਆ, ਕੀ ਹੈ ਤੇਰਾ ਨਾਮ, ਕਿਹੜਾ ਤੇਰਾ ਠਾ। ਓਹੋ, ਜਦੋਂ ਪੁੱਛਣਾ ਕੀਤਾ ਕੀ ਕੰਮ ਕਰਦਾ ਹੁੰਨਾ, ਜਾਤ ਗੋਤ ਕੀ ਹੈ ਤੇਰਾ। ਬਾਂਹ ਤੋਂ ਪਕੜ ਕੇ ਸਤਿਗੁਰਾਂ ਨੇ ਜਦੋਂ ਸਰੀਰ ਨੂੰ ਝੰਜੋੜ ਕੇ ਉਸ ਸਿੱਖ ਨੂੰ ਪੁੱਛਿਆ, ਕਹਿੰਦਾ ਜੀ ਮੇਰਾ ਨਾਮ ਧਰਮਚੰਦ ਹੈ, ਮੈਂ ਦਿੱਲੀ ਦੇ ਰਹਿਣ ਵਾਲਾ, ਕੀ ਕੰਮ ਕਰਦਾ ਹੁੰਨਾ। ਸਤਿਗੁਰੂ ਮੁਸਕਰਾ ਕੇ ਕਹਿੰਦੇ ਮੇਰੇ ਵਾਸਤੇ ਜੰਗ ਲੜੇਗਾ। ਕਹਿੰਦਾ ਸੱਚੇ ਪਾਤਸ਼ਾਹ ਜੱਦੇ ਜੰਮਿਆ ਆਹੀ ਕੁਝ ਕੀਤਾ, ਜੱਦੀ ਸੁਰਤ ਸੰਭਲੀ ਆਹੀ ਕੁਝ ਕੀਤਾ ਮਹਾਰਾਜ। ਅਸੀਂ ਵੱਟ ਬੰਨਾ ਜੇ ਕੋਈ ਵੱਢ ਲਵੇ ਸਾਡਾ, ਅਸੀਂ ਤਾਂ ਬੰਦਾ ਵੱਢ ਦਿੰਨੇ ਆ ਮਹਾਰਾਜ। ਇਹ ਕੀਤੀਆਂ ਨੇ ਸੱਚਿਆ ਪਾਤਸ਼ਾਹ, ਤੁਸੀਂ ਹੁਕਮ ਕਰੋ। ਪਹਿਲਾਂ ਜ਼ਮੀਨਾਂ ਵਾਸਤੇ ਲੜਦੇ ਹੁੰਦੇ ਸੀ, ਹੁਣ ਤੇਰੇ ਵਾਸਤੇ ਲੜਾਂਗੇ। ਸੱਚੇ ਪਾਤਸ਼ਾਹ ਬਾਂਹ ਤੋਂ ਪਕੜਿਆ, ਤੰਬੂ ਚ ਲੈ ਗਏ, ਸਿਰ ਧੜ ਤੋਂ ਜੁਦਾ ਕਰ ਦਿੱਤਾ। ਓਹੋ, ਇੱਥੇ ਹੀ ਵਸ ਨਹੀਂ, ਉਹ ਜਿਹੜਾ 80,000 ਦਾ ਇਕੱਠ ਸੀ ਉਹਦੇ ਵਿੱਚੋਂ ਬਹੁਤ ਸਾਰੇ ਚਲੇ ਗਏ, ਗਿਣਤੀ ਦੇ ਸਿੱਖ ਰਹਿ ਗਏ। ਸਤਿਗੁਰੂ ਫੇਰ ਕਿਰਪਾਨ ਦੇ ਨਾਲ ਲੱਥ-ਪੱਥ, ਫੇਰ ਖੂਨ ਦੇ ਨਾਲ ਲੱਥ-ਪੱਥ ਕਿਰਪਾਨ ਲੈ ਕਰਕੇ ਸਟੇਜ ਦੇ ਉੱਤੇ ਆਏ ਤੇ ਮੁਖ ਤੋਂ ਕਹਿ ਰਹੇ ਨੇ, ਇੱਕ ਸੀਸ ਹੋਰ। ਜਦੋਂ ਤੀਜੀ ਵਾਰੀ ਕਿਹਾ, ਗਿਣਵੇਂ ਸਿੱਖ ਉੱਥੇ ਰਹਿ ਗਏ। ਇੱਕ ਸਿੱਖ ਕਹਿੰਦਾ, ਉਹ ਗੁਰੂ ਲੱਖਾਂ ਦਾ ਵਪਾਰੀ ਹੋ ਕੇ ਸੀਸ ਵੱਟੇ ਸਿੱਖੀ ਵੰਡਦਾ। ਗੁਰੂ ਲੱਖਾਂ ਦਾ ਵਪਾਰੀ ਹੋ ਕੇ ਸੀਸ ਵੱਟੇ ਸਿੱਖੀ ਵੰਡਦਾ। ਗੁਰੂ ਲੱਖਾਂ ਦਾ ਵਪਾਰੀ ਹੋ ਕੇ ਸੀਸ ਵੱਟੇ ਸਿੱਖੀ ਵੰਡਦਾ। ਗੁਰੂ ਲੱਖਾਂ ਦਾ ਵਪਾਰੀ ਹੋ ਉਹ ਸੀਸ ਵੱਟੇ ਸਿੱਖੀ ਵੰਡਦਾ। ਗੁਰੂ ਲੱਖਾਂ ਦਾ ਵਪਾਰੀ ਹੋ ਕੇ, ਲੱਖਾਂ ਦਾ ਵਪਾਰੀ ਹੋ ਕੇ ਹਰੀ ਹੋ ਗਏ, ਆਂਦਾ ਵਪਾਰੀ ਹੋ ਗਏ। ਉਹ ਗੁਰੂ ਲੱਖਾਂ ਦਾ ਵਪਾਰੀ ਹੋ ਗਏ। ਗੁਰੂ ਲੱਖਾਂ ਦਾ ਵਪਾਰੀ ਹੋ ਕੇ ਸੀਸ ਵੱਟੇ ਸਿੱਖੀ ਵੰਡਦਾ।
ਲੱਖਾਂ ਦਾ ਵਪਾਰੀ ਹੋ ਕੇ ਸੀਸ ਵੱਟੇ ਸਿੱਖੀ ਵੰਡਦਾ। ਉਹ ਸੀਸ ਵਕੇ ਲੱਖਾਂ ਦਾ ਵਪਾਰੀ ਹੋ, ਉਹ ਸੀਸ ਵਕੇ ਇਸ ਤਰ੍ਹਾਂ ਦੇ ਨਾਲ ਤੀਜਾ ਸਿੱਖ ਭਾਈ ਹਿੰਮਤ ਰਾਏ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਸਿਰਾਂ ਦੀ ਮੰਗ ਕਰ ਰਹੇ ਨੇ, ਜਿਹੜੇ ਮਸੰਦ ਸੀ, ਜਿਹੜੇ ਕਹਿੰਦੇ ਸੀ ਗੁਰੂ ਸਾਹਿਬ ਤਾਂ ਨਿਆਣੇ ਬਹੁਤੇ ਨੇ, ਛੋਟੇ ਬਹੁਤੇ ਨੇ, ਚੰਡੀ ਦੇ ਪਾਠ ਕਰਦੇ ਨੇ ਬਹੁਤੇ ਜ਼ਿਆਦਾ, ਇਉਂ ਪ੍ਰਤੀਤ ਹੁੰਦਾ ਜਿਵੇਂ ਚੰਡੀ ਪੁੱਠੀ ਪੈ ਗਈ ਹੋਵੇ। ਬਹੁਤੇ ਸਿਆਣੇ ਆਪਣੇ ਆਪ ਨੂੰ ਕਹਾਉਣ ਵਾਲੇ ਮਾਤਾ ਜੀਆਂ ਕੋਲ ਚਲੇ ਗਏ। ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਕਹਿੰਦੇ, ਮਾਂ ਜੀ ਮਾਂ ਜੀ ਮਾਂ ਜੀ ਆ ਸੁਣੋ ਸਾਡੀ ਬੇਨਤੀ। ਤੁਹਾਡੇ ਲਾਲ ਨੇ ਪਹਿਲਾਂ ਤਾਂ ਸੰਗਤਾਂ ਨੂੰ ਚਿੱਠੀਆਂ ਪਾਈਆਂ, ਮੈਸੇਜਸ ਕੀਤੇ, ਸੰਦੇਸ਼ ਭੇਜੇ, ਇੰਨੀ ਜ਼ਿਆਦਾ ਦੁਨੀਆ ਇਕੱਠੀ ਕਰ ਲਈ। ਕਹਿੰਦੇ ਸੀ ਇੱਕ ਚੀਜ਼ ਵੰਡਣੀ ਆ, ਹੁਣ ਚੀਜ਼ ਘਟ ਗਈ ਤੇ ਸੰਗਤ ਵੱਧ ਗਈ। ਆਪੇ ਹੀ ਕਿਰਪਾਨ ਚੱਕ ਕੇ ਦੁਨੀਆ ਨੂੰ ਵੱਢਣਾ ਸ਼ੁਰੂ ਕਰਤਾ। ਆਖੋ ਸਤਨਾਮ। ਤੁਸੀਂ ਕਈ ਵਾਰੀ ਕਹਿੰਦੇ ਹੋ ਮੈਂ ਨਹੀਂ ਗੁਰਦੁਆਰੇ ਜਾਣਾ, ਲੋਕੀ ਮੈਨੂੰ ਬਾਹਲਾ ਕੁਛ ਬੋਲਦੇ ਐ, ਮੈਂ ਨਹੀਂ ਸੇਵਾ ਕਰਨੀ, ਲੋਕੀ ਬਹੁਤਾ ਕੁਛ ਬੋਲਦੇ ਐ। ਗੁਰੂਆਂ ਨੂੰ ਕਿਹੜਾ ਨਹੀਂ ਬੋਲਿਆ ਦੁਨੀਆ ਨੇ ਭਾਈ? ਦੁਨੀਆ ਨੇ ਗੁਰੂਆਂ ਨੂੰ ਵੀ ਬੋਲਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਨੂੰ ਜਾ ਕੇ ਪਤਾ ਕੀ ਕਹਿਣ ਲੱਗੇ? ਖਤਮ ਕਰ ਦੂਗਾ ਸਿੱਖੀ ਨੂੰ ਮਤ ਭੋਲੀਏ, ਜਾ ਕੇ ਸਮਝਾ ਲੈ ਲਾਲ। ਕਰ ਦੂਗਾ ਸਿੱਖੀ ਨੂੰ ਮਾਤਾ ਭੋਲੀਏ, ਜਾ ਕੇ ਸਮਝਾ ਲੈ ਲਾਲ ਨੂੰ। ਸਿੱਖੀ ਨੂੰ ਮਾਤਾ ਭੋਲੀਏ, ਜਾ ਕੇ ਸਮਝਾ ਲੈ ਲਾਲ ਨੂੰ। ਭੋਲੀਏ, ਜਾ ਕੇ ਸਮਝਾ ਲੈ ਲਾਲ ਨੂੰ। ਖਤਮ ਕਰ ਦੂਗਾ ਸਿੱਖੀ ਨੂੰ ਮਾਤਾ ਭੋਲੀਏ, ਜਾ ਲੈ ਲਾਲ ਨੂੰ। ਮਾਤਾ ਮੇਰੀਏ, ਜਾ ਕੇ ਸਮਝਾ ਲੈ ਲਾਲ। ਮਾਤਾ ਭੋਲੀਏ, ਜਾ ਕੇ ਸਮਝਾ ਲੈ ਲਾਲ ਨੂੰ। ਜਾ ਲੈ ਲਾਲ ਨੂੰ ਮਾਤਾ ਭੋਲੀਏ, ਜਾ ਕੇ ਸਮਝਾ ਲੈ ਲਾਲ ਨੂੰ। ਭੋਲੀਏ, ਉਹ ਜਾ ਕੇ ਸਮਝਾ ਲੈ ਲਾਲ ਨੂੰ। ਕਰ ਦੂਗਾ ਸਿੱਖੀ ਨੂੰ ਮਾਤਾ ਭੋਲੀਏ, ਖਤਮ ਕਰ ਦੂਗਾ ਸਿੱਖੀ ਨੂੰ ਮਾਤਾ ਭੋਲੀਏ। ਮਾਤਾ ਭੋਲੀਏ, ਉਹ ਖਤਮ ਕਰ ਦੂਗਾ ਸਿੱਖੀ ਨੂੰ ਮਾਤਾ ਭੋਲੀਏ। ਵਾਹਿਗੁਰੂ ਵਾਹਿਗੁਰੂ। ਦੂਗਾ ਸਿੱਖੀ ਨੂੰ ਮਾਤਾ ਭੋਲੀਏ, ਕਰ ਦੂਗਾ ਸਿੱਖੀ ਨੂੰ ਮਾਤਾ ਭੋਲੀਏ, ਜਾ ਕੇ ਸਮਝਾ ਲੈ ਲਾਲ ਨੂੰ। ਖਤਮ ਕਰ ਦੂਗਾ ਸਿੱਖੀ ਨੂੰ ਮਾਤਾ ਭੋਲੀਏ, ਜਾ ਕੇ ਸਮਝਾ ਲੈ ਲਾਲ ਨੂੰ। ਮਾਤਾ ਭੋ
ਜਦੋਂ ਸਾਧ ਸੰਗਤਾਂ ਤਾਂ ਕਾਹਦੀਆਂ ਮਸ਼ੰਦ ਉਹ ਜਿਹੜੇ ਗੁਰੂ ਤੇ ਕਿੰਤੂ ਕਰਦੇ ਨੇ। ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਕਿਤੇ ਸਿੱਖੀ ਨੂੰ ਹੀ ਨਾ ਖਤਮ ਕਰ ਦੇਵੇ, ਸਿੱਖਾਂ ਨੂੰ ਤੁਸੀਂ ਸਮਝਾਓ। ਹੁਣ ਤੁਹਾਡੀ ਗੱਲ ਮੰਨੇਗਾ, ਸਾਡੀ ਤਾਂ ਨਹੀਂ ਮੰਨਦਾ। ਜਦੋਂ ਇਸ ਤਰ੍ਹਾਂ ਬੋਲੇ ਤਾਂ ਮਾਤਾ ਜੀ ਕਹਿਣ ਲੱਗੇ, ਜਗ ਕਮਲਾ ਕੀ ਜਾਣੇ ਚੋਜ ਮੇਰੇ ਪ੍ਰੀਤਮ ਦੇ। ਇਹ ਕਮਲੇ ਲੋਕ, ਮੂਰਖ ਲੋਕ ਮੇਰੇ ਗੋਬਿੰਦ ਮੇਰੇ ਲਾਲ ਦੇ ਚੋਜਾਂ ਨੂੰ ਨਹੀਂ ਜਾਣ ਸਕਦੇ। ਮੂਰਖ ਲੋਕ ਹਨ। ਜੇ ਤਾਂ ਤੁਹਾਡਾ ਮਨ ਹੈ ਤਾਂ ਬੈਠ ਜਾਓ, ਨਹੀਂ ਜਾਓ ਆਪਣੇ ਘਰਾਂ ਨੂੰ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਤਨੇ ਨੂੰ ਉਧਰ ਪੰਜੇ ਸਿਰਾਂ ਦੀ ਮੰਗ ਕਰਕੇ 5 ਸਿੱਖਾਂ ਦੇ ਸਿਰ ਧੜ ਤੋਂ ਜੁਦਾ ਕਰ ਦਿੱਤੇ। ਤੰਬੂ ਪਾਣੀ ਅੰਮ੍ਰਿਤ ਔਰ ਉਹਦੇ ਵਿੱਚ ਖੰਡਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀਰ ਰਸੀ ਆਸਣ ਦੇ ਵਿੱਚ ਬੈਠ ਜਾਂਦੇ ਹਨ। ਸੱਜਾ ਗੋਡਾ ਨੀਚੇ ਲਗਾਉਂਦੇ ਨੇ, ਖੱਬਾ ਗੋਡਾ ਉੱਪਰ ਰੱਖਦੇ। ਇਸ ਤਰ੍ਹਾਂ ਦੇ ਨਾਲ ਐ ਆਪਣੇ ਖੱਬੇ ਹੱਥ ਦੀਆਂ ਉਂਗਲਾਂ ਤੇ ਗੂਠੇ ਦੇ ਨਾਲ ਬਾਟਾ ਪਕੜਦੇ ਐ। ਸੱਜੇ ਹੱਥ ਦੀਆਂ ਉਂਗਲਾਂ ਤੇ ਅੰਗੂਠੇ ਦੇ ਨਾਲ ਖੰਡਾ ਪਕੜਦੇ ਐ। ਜਦੋਂ ਖੰਡੇ ਦੇ ਵਿੱਚ ਫੇਰ ਰਹੇ ਹਨ, ਇੱਕ ਤਿਪਕਾ ਜਲ ਦਾ ਉਹਦੇ ਵਿੱਚੋਂ ਨਿਕਲ ਕੇ ਜਦੋਂ ਬਾਹਰ ਡਿੱਗਿਆ, ਇੱਕ ਚਿੜੀ ਨੇ ਚੁੰਝ ਭਰ ਲਈ। ਜਦੋਂ ਚੁੰਝ ਭਰ ਕੇ ਉੱਡੀ, ਨੇੜੇ ਬਾਜ ਉੱਡਿਆ ਫਿਰਦਾ ਸੀ। ਇੱਕ ਚਿੜੀ 'ਚ ਇਤਨੀ ਜ਼ਿਆਦਾ ਸਪਿਰਿਟ ਭਰ ਗਈ, ਚਿੜੀ ਨੇ ਬਾਜ ਦੇ ਨਾਲ ਲੜ ਕੇ ਬਾਜ ਮਾਰ ਦਿੱਤਾ। ਆਖੋ ਸਤਨਾਮ। ਚਿੜੀ ਨੇ ਬਾਜ ਮਾਰ ਦਿੱਤਾ। ਅੱਜ ਉਹ ਦਿਨ ਆ ਗਿਆ ਨਾ, चिड़ियों से मैं बाज लड़ाऊं। अजो दिन आ गया ना, तब है गोविंद सिंह नाम कहाऊं। अजो दिन आ गया, अजो दिन आ गया। साध संगत सच्चे पातशाह जी इतनी पावर, इतनी स्पिरिट, इतनी ताकत भर दी है। ओहो आप पढ़ते नहीं। पता नहीं कि बाटे विच घोल के पिला गया। मुखों कुछ बोलिया जावे ना, पता नहीं कि बाटे विच घोल के पिलाया सी। पता ही नहीं कुछ, कितनी पावर, कितनी शक्ति, कितनी ताकत। ये सेवा मिली माता साहिब कौर जियां नूं। माता साहिब कौर जी आए अपने दुपट्टे दे लड़ दे विच पतासे पाए हुए ने, मिठा प्रसाद आ रहे हैं। संगत दे विच बह जा थले। हुण जदों आ रहे हैं संगत दे विच, संगत दे विच आ करके सतगुरां नूं कहण लगे, महाराज मेरी भेटा भी प्रवान करो, मेरी भेटा प्रवान। महाराज कहंदे की लैके आए हो तुसीं? कहंदे मिठा प्रसाद पतासे लैके आए हां। सतगुरु कहंदे चंगा कीता तुसी पतासे ले आए, नहीं तो मैं इतनी ज्यादा पावर भर दी सी, इन्हां तो सहारी नहीं सी जानी। आपस विच लड़ के मर जांदे। हुण जदों जब बाण लागे हो तब रोस जागे हो। हुण जदों जरूरत पिया करेगी उदों ही रोह ते जलाल आया करेगा। हीर रस विच आया करनगे, नहीं ये प्रेमा भगती भी करया करनगे, प्रेम दे विच भी रहणगे। आ दोनों ही दातां सतगुरां ने। ए अबुल तुरानी बैठा लिख रहा है सारा कुछ। हुण कहंदा जे सतगुरां च शक्ति हुंदी मैनूं भी उठा सकदे सी। उठो मुंडिया अबुल तुरानी कह सकदे सी, मैनूं उठाया नहीं। जे जानी जान हुंदे पता लग जाना सी। मैं इन्हां दी रिपोर्ट लिख रहा हां औरंगजेब बादशाह दे वास्ते। उठाया क्यों नहीं मैनूं? जे जानी जान ने
ਜੇ ਜਾਣੀ ਜਾਣ ਨਾ ਹੁੰਦੇ ਤਾਂ ਪੰਜਾਂ ਨੂੰ ਸਿਰ ਧੜ ਤੋਂ ਜੁਦਾ ਨਾ ਕਰਦੇ। ਜੇ ਹੁਣ ਇਹਨਾਂ ਤੋਂ ਨਾ ਜੁੜੇ ਫੇਰ ਜਾਣੀ ਜਾਣ ਵੀ ਹਨ, ਫਿਰ ਮੈਨੂੰ ਕਿਉਂ ਨਹੀਂ ਉਠਾ ਰਹੇ? ਮੈਂ ਇਹਨਾਂ ਦੀ ਰਿਪੋਰਟ ਲਿਖ ਰਿਹਾ, ਸਮਝ ਕੁਛ ਨਹੀਂ ਆ ਰਹੀ ਅਬੁਲ ਤੁਰਾਨੀ ਨੂੰ। ਸਮਾਂ ਲੰਘੀ ਗਿਆ, ਉਹ ਬੈਠਾ ਦੇਖੀ ਗਿਆ। ਸਤਿਗੁਰਾਂ ਨੇ 5 ਬਾਣੀਆਂ ਪੜੀਆਂ। ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕਰਕੇ ਜਦੋਂ ਇਹ ਚੂਲਾ ਹੱਥ ਦੇ ਵਿੱਚ, ਜੋ ਚੂਲੇ ਦੇ ਵਿੱਚ ਜੋ ਅੰਮ੍ਰਿਤ ਜੋ ਉਹ ਜਿਨ੍ਹਾਂ ਦੇ ਸਿਰ ਧੜ ਤੋਂ ਜੁਦਾ ਕੀਤੇ ਹੋਏ ਸੀ, ਉਹਦੇ ਮੁਖ ਦੇ ਵਿੱਚ ਅੰਮ੍ਰਿਤ ਪਾ ਕੇ ਓਹੋ ਸਤਿਗੁਰੂ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਜਿਹਦਾ ਸਿਰ ਧੜ ਤੋਂ ਜੁਦਾ ਕੀਤਾ ਸੀ, ਜਿਹਨੂੰ ਕੱਟ ਦਿੱਤਾ ਸੀ, ਵੱਢ ਦਿੱਤਾ ਸੀ, ਜਦੋਂ ਅੰਮ੍ਰਿਤ ਉਹਦੇ ਗਲੇ ਦੇ ਵਿੱਚ ਦੀ ਅੱਗੇ ਲੰਘਿਆ, ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਐਸਾ ਅੰਮ੍ਰਿਤ ਪਤਾ ਨਹੀਂ ਕੀ ਬਾਟੇ ਵਿੱਚ ਘੋਲ ਕੇ ਪਲਾ ਗਿਆ, ਪਤਾ ਨਹੀਂ ਕੀ ਬਾਟੇ ਵਿੱਚ ਘੋਲ ਕੇ ਪਲਾ ਗਿਆ। ਉਹ ਪਤਾ ਨਹੀਂ ਕੀ ਬਾਟੇ ਵਿੱਚ ਘੋਲ ਕੇ ਪੜਾ ਗਿਆ, ਪਤਾ ਨਹੀਂ ਕੀ ਬਾਟੇ ਵਿੱਚ ਘੋਲ ਕੇ ਪੜਾ। ਹੌਲੀ ਵਜਾ ਹੌਲੀ। ਮੁਖੋਂ ਬੋਲਿਆ ਜਾਵੇ ਨਾ ਐਸੀ ਗੈ ਦਾਤ ਅੰਮ੍ਰਿਤ ਦੀ, ਮੁਖੋਂ ਬੋਲਿਆ ਜਾਵੇ ਨਾ ਐਸੀ ਗੈ ਦਾਤ ਅੰਮ੍ਰਿਤ ਦੀ, ਐਸੀ ਹੈ ਦਾਤ ਅੰਮ੍ਰਿਤ ਦੀ। ਮੁਖੋਂ ਬੋਲਿਆ ਜਾਵੇ ਨਾ ਐਸੀ ਹੈ ਦਾਤ ਅੰਮ੍ਰਿਤ ਦੀ, ਮੁਖੋਂ ਬੋਲਿਆ ਜਾਵੇ ਨਾ ਐਸੀ ਹੈ ਦਾਤ ਅੰਮ੍ਰਿਤ ਦੀ, ਮੁਖੋਂ ਬੋਲਿਆ ਜਾਵੇ ਨਾ ਐਸੀ ਹੈ ਦਾਤ ਅੰਮ੍ਰਿਤ ਦੀ, ਐਸੀ ਹੈ ਦਾਤ ਅੰਮ੍ਰਿਤ ਦੀ, ਐਸੀ ਹੈ ਦਾਤ ਅੰਮ੍ਰਿਤ ਦੀ, ਐਸੀ ਹੈ ਦਾਤ ਅੰਮ੍ਰਿਤ ਦੀ। ਮੁਖੋਂ ਬੋਲਿਆ ਜਾਵੇ ਨਾ ਐਸੀ ਹੈ ਦਾਤ, ਮੁਖੋਂ ਬੋਲਿਆ ਜਾਵੇ ਨਾ ਐਸੀ ਹੈ ਦਾਤ ਅੰਮ੍ਰਿਤ ਦੇ। ਉਹ ਮੁਖੋਂ ਬੋਲਿਆ ਜਾਵੇ ਨਾ ਐਸੀ ਹੈ ਦਾਤ ਅੰਮ੍ਰਿਤ। ਕੀ ਨਾ ਬੋਲਿਆ ਜਾਵੇ, ਝੂਠ ਨਾ ਬੋਲਿਆ ਜਾਵੇ, ਹੰਕਾਰ ਨਾ ਬੋਲਿਆ ਜਾਵੇ, ਲਾਲਚ ਨਾ ਬੋਲਿਆ ਜਾਵੇ, ਕ੍ਰੋਧ ਨਾ ਬੋਲਿਆ ਜਾਵੇ, ਮੁਖੋਂ ਬੋਲਿਆ ਜਾਵੇ ਨਾ ਐਸੀ ਹੈ ਦਾਤ ਅੰਮ੍ਰਿਤ ਦੀ। ਸਾਧ ਸੰਗਤ ਜਦੋਂ ਪੰਜਾਂ ਦੇ ਮੁਖ ਵਿੱਚ ਅੰਮ੍ਰਿਤ ਪਾਇਆ, ਉੱਠ ਕੇ ਖੜੇ ਹੋ ਗਏ 5 ਪਿਆਰੇ। ਹੁਣ 5 ਪਿਆਰਿਆਂ ਦੇ ਨਾਮ ਬਦਲ ਦਿੱਤੇ ਸਤਿਗੁਰਾਂ ਨੇ। ਜਿਹਦਾ ਨਾਮ ਦਇਆ ਰਾਮ ਸੀ, ਉਹਦਾ ਨਾਮ ਦਇਆ ਸਿੰਘ ਕਰ ਦਿੱਤਾ। ਸਾਧ ਸੰਗਤ ਐਸੀਆਂ ਦਾਤਾਂ, ਐਸੀਆਂ ਬਖਸ਼ਿਸ਼ਾਂ, ਐਸੀ ਕਿਰਪਾ ਹੋ ਗਈ, ਓ ਹੋ ਸਿੰਘ ਬਣ ਗਏ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੌਕਮ ਸਿੰਘ, ਭਾਈ ਸਾਹਿਬ ਸਿੰਘ, 5 ਪਿਆਰੇ। ਹੁਣ ਦੋਨੋਂ ਹੱਥ ਜੋੜ ਲਏ, ਸੱਜਾ ਗੋਡਾ ਥੱਲੇ ਲਾ ਲਿਆ, ਹੱਥਾਂ ਦਾ ਉਂਜਲ ਬਣਾ ਲਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਹੱਥਾਂ ਦਾ ਉਂਜਲ ਬਣਾ ਲਿਆ। ਕਹਿੰਦੇ ਜਥੇਦਾਰ ਸਾਹਿਬ, ਪਿਆਰੇ ਭਾਈ, ਪਿਆਰੇ ਪਿਆਰੇ ਦਇਆ ਸਿੰਘ ਜੀ, ਤੁਸੀਂ ਤਾਂ ਸਿੰਘ ਬਣ ਗਏ, ਮੈਂ ਹਜੇ ਗੋਬਿੰਦ ਰਾਏ ਆ। ਕਿਰਪਾ ਕਰਕੇ ਮੈਨੂੰ ਵੀ ਅੰਮ੍ਰਿਤ ਦੀ ਦਾਤ ਦੇ ਕੇ ਮੈਨੂੰ ਵੀ ਸਿੰਘ ਬਣਾ ਲਓ। ਮੈਂ ਤਾਂ ਹਜੇ ਗੋਬਿੰਦ ਰਾਏ ਹਾਂ, ਤੁਸੀਂ ਦਇਆ ਰਾਮ ਤੋਂ ਦਇਆ ਸਿੰਘ ਹੋ ਗਏ।
ਸਿੰਘ ਮੁਸਕਰਾ ਕੇ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਅੰਮ੍ਰਿਤ ਐਵੇਂ ਨਹੀਂ ਲਿਆ, ਵੈਸੀ ਪ੍ਰੇਮ ਚ, ਵੈਰਾਗ ਚ, ਪ੍ਰੇਮ ਚ, ਸ਼ਰਧਾ ਚ ਅਸੀਂ ਅੰਮ੍ਰਿਤ ਐਵੇਂ ਨਹੀਂ ਲਿਆ। ਅਸੀਂ ਅੰਮ੍ਰਿਤ ਲੈਣ ਵਾਸਤੇ ਆਪ ਦੇ ਸਿਰ ਦਿੱਤੇ ਨੇ, ਫੇਰ ਅੰਮ੍ਰਿਤ ਲਿਆ। ਤੁਸੀਂ ਕੀ ਦਓਗੇ ਮਹਾਰਾਜ? ਸਤਿਗੁਰਾਂ ਬੜੇ ਵੈਰਾਗ ਵਿੱਚ ਆ ਕੇ ਕਹਿਣਾ ਕੀਤਾ, ਐ ਸਿੰਘੋ ਕਿਰਪਾ ਕਰਕੇ ਮੇਰਾ ਵੀ ਸਿਰ ਵੱਢ ਲਓ, ਮੇਰਾ ਵੀ ਸਿਰ ਧੜ ਤੋਂ ਜੁਦਾ ਕਰ ਲਓ। ਸਿੱਖਾਂ 'ਚ ਇੰਨੀ ਦਲੇਰੀ ਭਰ ਦਿੱਤੀ, ਐਨੀ ਸਪਿਰਿਟ ਭਰ ਦਿੱਤੀ, ਪਾਵਰ ਭਰ ਦਿੱਤੀ। ਕਹਿੰਦੇ ਇੱਕ ਸਿੱਖ ਵੀ ਸਿਰ ਦਵੇ, ਇੱਕ ਗੁਰੂ ਵੀ ਸਿਰ ਦਵੇ। ਮਹਾਰਾਜ ਜੀ ਤੁਸੀਂ ਤਾਂ ਗੁਰੂਆਂ ਕੋਈ ਵੱਡੀ ਚੀਜ਼ ਦੇ ਦਿਓ। ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਤਰਸਾਓ ਨਾ, ਅੰਮ੍ਰਿਤ ਦੇ ਦਿਓ, ਇਸ ਅੰਮ੍ਰਿਤ ਦੇ ਬਦਲੇ ਮੈਂ ਆਪਣਾ ਸਰਵੰਸ ਕੁਰਬਾਨ ਕਰ ਦਿਆਂਗਾ। ਸਤਿ ਸ੍ਰੀ ਅਕਾਲ। ਪਰ ਮੈਨੂੰ ਤਰਸਾ, ਮੈਨੂੰ ਅੰਮ੍ਰਿਤ ਦੇ ਦਿਓ। ਹੁਣ ਅੰਮ੍ਰਿਤ ਛਕਾਉਣ ਵਾਲੇ ਕਹਿੰਦੇ ਨੇ ਆਜੋ ਅਸੀਂ ਤੁਹਾਨੂੰ ਕੰਘੇ ਫ੍ਰੀ ਦੇ ਦਾਂਗੇ, ਕਿਰਪਾਨਾਂ ਫ੍ਰੀ ਦੇ ਦਾਂਗੇ, 5 ਕਕਾਰ ਫ੍ਰੀ ਦੇ ਦਾਂਗੇ, ਅੰਮ੍ਰਿਤ ਤਾਂ ਛਕੋ। ਸਾਧ ਸੰਗਤ ਜੀ, ਸੰਗਤ ਕਹਿੰਦੀ ਸਾਡੇ ਕੋਲ ਤਾਂ ਟਾਈਮ ਹੀ ਨਹੀਂ, ਅਸੀਂ ਬੁੜੇ ਹੋ ਕੇ ਅੰਮ੍ਰਿਤ ਛਕਾਂਗੇ। ਬੁੜਿਆਂ ਨੂੰ ਪੁੱਛ ਲਓ ਤੁਸੀਂ ਅੰਮ੍ਰਿਤ ਛਕ ਲਓ, ਕਹਿੰਦੇ ਗਾਹਾਂ ਹੀ ਛਕਾਂਗੇ। ਅਸੀਂ ਪੁੱਛਿਆ ਕਈ ਵਾਰੀ ਵੀ ਤੁਸੀਂ ਦੱਸੋ ਕਿਰਪਾ ਕਰਕੇ ਵੀ ਧਰਮ ਰਾਜਾ ਵੀ ਅੰਮ੍ਰਿਤ ਛਕਾਉਣ ਲੱਗ ਗਿਆ, ਗਾਹਾਂ ਹੀ ਜਾ ਕੇ ਛਕਾਂਗੇ। ਵੀ ਅਸੀਂ ਇੱਥੇ ਹੀ ਛਕ ਲਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀਆਂ ਦਾ ਅੰਮ੍ਰਿਤ, ਵੀ ਗਾਹਾਂ ਕਿਤੇ ਕੀ ਪਤਾ ਧਰਮ ਰਾਜਾ ਵੀ ਛਕਾਉਂਦਾ ਹੋਵੇ। ਗਾਹਾਂ ਕਿਸੇ ਨੇ ਅੰਮ੍ਰਿਤ ਨਹੀਂ ਛਕਾਉਣਾ, ਉੱਥੇ ਤਾਂ ਕਰਮਾਂ ਦੇ ਨਿਮੇੜੇ ਹੋਣੇ ਨੇ, ਅਮਲਾਂ ਦੇ ਨਿਮੇੜੇ ਹੋਣੇ ਨੇ, ਉੱਥੇ ਅੰਮ੍ਰਿਤ ਨਹੀਂ ਛਕਾਇਆ ਜਾਣਾ। ਜਮ ਕਾ ਠੇਂਗ ਉਹ ਨਹੀਂ ਸਹਿਆ, ਉੱਥੇ ਤਾਂ ਮਾਰਾਂ ਪੈਣੀਆਂ ਨੇ, ਮਾਰਾਂ ਉਹ ਫਿਰ ਸਹੀਆਂ ਵੀ ਨਹੀਂ ਜਾਣੀਆਂ। ਜੋ ਜਮ ਆਏ ਕੇਸ ਗਏ ਪਟਕੈ, ਤਾਂ ਦਿਨ ਕਿਛ ਨਾ ਬਸਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਚੋਟਾਂ। ਇਸ ਕਰਕੇ ਭਾਈ ਇੱਥੇ ਛਕਣਾ ਪੈਣਾ, ਇੱਥੇ ਛਕਣਾ ਪੈਣਾ। ਜਦੋਂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਪ੍ਰਾਪਤੀ ਕੀਤੀ, ਸਤਿਗੁਰੂ ਕਹਿਣ ਲੱਗੇ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ। ਜਦੋਂ ਸਤਿਗੁਰਾਂ ਨੇ ਇਹ ਬਚਨ ਕੀਤਾ, ਨਾਲ ਦੀ ਨਾਲ ਕਹਿੰਦੇ ਇਹ ਪੰਜ ਨੇ ਪਿਆਰ ਮੇਰੇ, ਜਿਨ੍ਹਾਂ ਨੂੰ ਮੈਂ ਗੁਰੂ ਤਾਰਿਆ। ਪੰਜ ਨੇ ਪਿਆਰੇ ਮੇਰੇ ਬਈ, ਜਿਨ੍ਹਾਂ ਨੂੰ ਮੈਂ ਗੁਰੂ ਤਾਰਿਆ। ਸੰਗ ਤੇ ਜਿਨ੍ਹਾਂ ਨੂੰ ਗੁਰੂ ਤਾਰ, ਸੰਗ ਤੇ ਜਿਨ੍ਹਾਂ ਨੂੰ ਗੁਰੂ ਤਾਰਿਆ। ਪੰਜ ਨੇ ਪਿਆਰੇ ਮੇਰੇ, ਪੰਜ ਨੇ ਪਿਆਰੇ ਮੇਰੇ, ਨੂੰ ਗੁਰੂ ਤਾਰ। ਪਿਆਰੇ ਜਿਨ੍ਹਾਂ ਨੂੰ ਗੁਰੂ ਤਾਰਿਆ, ਇਹਗੇ ਪੰਜ ਨੇ। ਬੋਲੋ ਪੰਜ ਨੇ ਪਿਆਰੇ ਮੇਰੇ, ਇਹ ਪੰਜ ਨੇ।
ਪੰਜ ਮੇਰੇ ਪਿਆਰੇ ਮੇਰੇ ਗੁਰੂ ਹਨ। ਅੱਜ ਤੋਂ ਖਾਲਸਾ ਪੰਥ ਇਹ ਪੰਜ ਪਿਆਰੇ ਹਨ। ਅੱਜ ਤੋਂ ਗੁਰੂ ਦਾ ਸਰੂਪ ਅਕਾਲ ਪੁਰਖ ਦਾ ਸਰੂਪ ਇਹ ਪੰਜ ਪਿਆਰੇ ਹਨ। ਆਤਮਾ ਗ੍ਰੰਥ ਵਿੱਚ ਸਰੂਪ ਪੰਥ ਦੇ ਵਿੱਚ ਅਸੀਂ ਅੱਜ ਤੋਂ ਪਾ ਦਿੱਤਾ ਹੋਇਆ ਹੈ। ਸਾਧ ਸੰਗਤ ਜੀ ਇਹੋ ਜਿਹਾ ਖਾਲਸਾ ਸਜਾ ਦਿੱਤਾ। ਅੱਜ ਜੇ ਅਸੀਂ ਮੂੰਹ ਤੋਂ ਕਹੀਏ ਕਿ ਮੈਂ ਸਿੱਖ ਨਹੀਂ ਹੈਗਾ, ਮੈਂ ਨਹੀਂ ਜੀ ਸਿੱਖ, ਮੈਨੂੰ ਮਾਫ ਕਰ ਦਿਓ, ਤਾਂ ਸਾਡੇ ਪੰਜ ਕਕਾਰ ਬੋਲ ਬੋਲ ਕੇ ਕਹਿਣਗੇ, ਪੁਕਾਰ ਪੁਕਾਰ ਕੇ ਕਹਿਣਗੇ ਇਹ ਗੁਰੂ ਗੋਬਿੰਦ ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਐਸਾ ਸਜਾਉਣਾ ਖਾਲਸਾ। ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਐਸਾ ਸਜਾਉਣਾ ਖਾਲਸਾ। ਮੈਨੂੰ इतनी हाजिरी प्रवान करनी, बोलदे विचारां करदे अनेकां होईयां गलतियां माफ। हुण गुरस्तोत्र विच सारी संगत साथ दिओ भाई। धन है धन है धन है गुरु नानक साहिब, धन है जी, धन है धन है धन है गुरु अंगद देव साहिब, धन है। धन है बाबा, धन है गुरु अमरदास जी, धन है। ये धन है धन है धन है गुरु रामदास साहब, धन है। बोलिया करो सारे। ये धन है धन है धन है गुरु अर्जन देव साहब, धन है। ये धन है धन है धन है गुरु हरगोविंद साहिब, धन है। धन है धन है धन है गुरु हर राय साहिब जी, धन है। ये धन है धन है धन है गुरु हर कृष्ण साहिब, धन है।
ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਧਨ ਹੈ। ਧਨ ਹੈ ਧਨ ਹੈ ਧਨ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਪੰਥ ਖਾਲਸਾ ਧਨ ਹੈ ਗੁਰਾਂ ਦਾ ਪੰਥ ਖਾਲਸਾ ਧਨ ਹੈ। ਖਾਲਸਾ ਧਨ ਹੈ ਗੁਰਾਂ ਦਾ ਧਨ ਹੈ ਧਨ ਹੈ ਧਨ ਹੈ ਮਾਤਾ ਸਾਹਿਬ ਕੌਰ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰਾਂ ਦੀ ਸਾਧ ਸੰਗਤ ਜੀ ਧਨ ਹੈ। ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ तेरा किछ न लगेगा मोल प्यारिया। वाहेगुरु वाहेगुरु बोल मना क्यों फिर डामा डोल मना। बोले सो निगाह श्री अकाल। वाहिगुरु जी का खालसा वाहिगुरु जी की फतेह जी। वाहिगुरु जी का खालसा वाहिगुरु जी की फतेह। तुदे आगे अरदास हमारी जियो पिंड सब रा। वाहिगुरु